आओ जी अदब सत्कार सहित गुरु बख्शिश दोहराइए। प्यार नाल गज के आखो वाहिगुरू जी का खालसा वाहिगुरू जी की फतेह। जिवें कि आपां कोशिश करी दी है हर शनिवार और ऐतवार आप जी दे नाल गुरु बाबे दीयां कहानियां वडेरियां दी बात रल मिल के सांझी कीती जावे। अज जिस विषय ते आपां गल करन जा रहे हां, बाणी दा सुंदर वाक है, जिस प्यारे स्यो ने तिस आगे मर चली है, त्रिग जीवन संसार ताकै पाछै जीवना। जां बाणी विचों ये बोल जदों असीं पढ़दे हां, सूरा सो पहचानीए जो लरै दीन के हेत, पुरजा पुरजा कट मरै कबहू न छाडै खेत। जां बाणी दे इस तरह के बोल जदों असीं वेखदे हां, ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਬਾਣੀ ਦੇ ਇਸ ਸੁੰਦਰ ਖਿਆਲ ਨੂੰ ਪੜ੍ਹਦੇ ਹਾਂ, ਝੱਖੜ ਝਾਂਗੀ ਮੀਂਹ ਬਰਸੈ ਭੀ ਗੁਰ ਦੇਖਣ ਜਾਈ। ਤਾਂ ਇਸ ਤਰ੍ਹਾਂ ਦੇ ਵਾਕ ਜਦੋਂ ਸਾਡੇ ਸਾਹਮਣੇ ਆਉਂਦੇ ਆ ਤਾਂ ਫਿਰ ਕਈ ਵਾਰ ਮਨ 'ਚ ਖਿਆਲ ਆਉਂਦਾ ਵੀ ਇਸ ਤਰ੍ਹਾਂ ਦੀ ਜ਼ਿੰਦਗੀ ਵੀ ਕੋਈ ਜੀ ਕੇ ਗਿਆ ਹੋਏਗਾ, ਇਸ ਤਰ੍ਹਾਂ ਦੀ ਸ਼ਖਸੀਅਤ ਵੀ ਇਤਿਹਾਸ ਵਿੱਚ ਕੋਈ ਹੋਏਗੀ ਜਿਹਨੇ ਇਨ ਬਿਨ ਇਹਨਾਂ ਬਾਣੀ ਦੇ ਬੋਲਾਂ ਨੂੰ ਆਪਣੀ ਜ਼ਿੰਦਗੀ ਅੰਦਰ ਜਿਉਇਆ ਹੋਏਗਾ। ਤੇ ਉਸ ਵੇਲੇ ਸਾਡੀਆਂ ਅੱਖਾਂ ਦੇ ਸਾਹਮਣੇ ਇਤਿਹਾਸ ਵਿੱਚੋਂ ਇੱਕ ਯੋਧਾ, ਇੱਕ ਉਹ ਮਹਾਨ ਨਾਇਕ ਸਾਡੀਆਂ ਅੱਖਾਂ ਦੇ ਸਾਹਮਣੇ ਆਉਂਦਾ, ਜਿਹਨੂੰ ਇਤਿਹਾਸ ਨੇ ਭਾਈ ਮਨੀ ਸਿੰਘ ਕਹਿ ਕੇ ਵਡਿਆਇਆ ਹੈ। ਔਰ ਭਾਈ ਮਨੀ ਸਿੰਘ ਦੇ ਇਤਿਹਾਸ ਤੋਂ ਆਪਾਂ ਜਾਂ ਉਹਨਾਂ ਦੇ ਜਿਹੜੇ ਸਿੱਖੀ ਲਈ ਪਾਏ ਪੂਰਨੇ ਆ, ਜਾਂ ਕਿਸ ਤਰ੍ਹਾਂ ਦੀ ਸ਼ਖਸੀਅਤ ਸਨ, ਤੇ ਇਸ ਬਾਰੇ ਆਪਾਂ ਸਾਰੇ ਜਿਹੜੇ ਆ ਉਹ ਰਲ ਮਿਲ ਕੇ ਚਰਚਾ ਕਰਾਂਗੇ। ਹੁਣ ਗੱਲ ਇਹ ਹੈ ਵੀ ਅੱਜ ਜਦੋਂ ਇਤਿਹਾਸ ਨੂੰ ਕੋਈ ਵੇਖਦਾ ਤਾਂ ਇੱਕ ਬੜੀ ਵੱਡੀ ਮੁਸ਼ਕਲ ਹਮੇਸ਼ਾ ਬਣ ਜਾਂਦੀ ਹੈ ਵੀ ਜਿਹੜਾ 100 ਸਾਲ 50 ਸਾਲ ਪਿੱਛੇ ਗੱਲ ਲੰਘ ਜਾਏ ਤੇ ਜਦੋਂ ਮੌਜੂਦਾ ਦੌਰ ਵਿੱਚ ਸਾਡੇ ਰਾਈਟਰ, ਸਾਡੇ ਲਿਖਣ ਵਾਲੇ, ਸਾਡੇ ਬੋਲਣ ਵਾਲੇ, ਸਾਡੇ ਸਮਝਣ ਵਾਲੇ ਉਹਨਾਂ ਨੂੰ ਸਮਝਦੇ ਆ ਤਾਂ ਉਹ ਕਈ ਵਾਰ ਉਸ ਸ਼ਖਸੀਅਤ ਦੀ ਵਿਆਖਿਆ ਆਪਣੀ ਸ਼ਖਸੀਅਤ 'ਤੇ ਲਿਆ ਕੇ ਕਰਦੇ ਹੁੰਦੇ ਆ। ਬਹੁਤੀ ਵਾਰ ਇੱਦਾਂ ਹੁੰਦਾ ਆ ਇਤਿਹਾਸ ਵਿੱਚ, ਅਤੇ ਉਹਨਾਂ ਨੂੰ ਉਹ ਗੱਲਾਂ ਜਿਹੜੀਆਂ ਆ ਫਿਰ ਬੜੀਆਂ ਅਜੀਬ ਲੱਗਦੀਆਂ, ਜਾਂ ਉਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਸਾਹਮਣਾ ਆ ਉਹਨਾਂ ਨੂੰ ਕਰਨਾ ਪੈਂਦਾ। ਇਸ ਲਈ ਇਹੋ ਜਿਹੇ ਜਿਹੜੇ ਨਾਇਕ ਨੇ ਇਤਿਹਾਸ ਦੇ ਵਿੱਚ, ਇਹਨਾਂ ਨਾਲ ਲਿਖਣ ਵਾਲੇ, ਬੋਲਣ ਵਾਲੇ ਅਤੇ ਇਹਨਾਂ ਦੇ ਬਾਰੇ ਚਰਚਾ ਕਰਨ ਵਾਲੇ ਜਿਹੜੇ ਆ ਉਹ ਬਹੁਤੀ ਵਾਰ ਇਨਸਾਫ ਨਹੀਂ ਕਰਦੇ, ਜਾਂ ਇੱਦਾਂ ਕਹਿ ਲਓ ਵੀ ਜਿਸ ਤਰ੍ਹਾਂ ਦੀ ਉਹ ਸ਼ਖਸੀਅਤ ਹੁੰਦੀ ਹੈ ਉਸ ਤਰ੍ਹਾਂ ਦੀ ਉਹਨਾਂ ਦੀ ਵਿਆਖਿਆ ਜਾਂ ਉਸ ਤਰ੍ਹਾਂ ਦਾ ਉਹਨਾਂ ਦਾ ਜਿਹੜਾ ਸੰਦਰਭ ਆ ਉਹ ਸਮਾਜ ਦੇ ਸਾਹਮਣੇ ਨਹੀਂ ਲਿਆਂਦਾ ਜਾਂਦਾ। ਤੋਂ ਪਹਿਲੀ ਗੱਲ ਤਾਂ ਆਪਾਂ ਥੋੜ੍ਹਾ ਜਿਹਾ ਭਾਈ ਮਨੀ ਸਿੰਘ ਜੀ ਬਾਰੇ ਜਾਣਦੇ ਹਾਂ ਵੀ ਭਾਈ ਮਨੀ ਸਿੰਘ ਜਿਹੜੇ ਆ ਅਲੀਪੁਰ ਪਿੰਡ, ਮੁਜ਼ੱਫਰਗੜ੍ਹ ਜ਼ਿਲ੍ਹਾ, ਉੱਤਰੀ ਪਾਕਿਸਤਾਨ ਦੇ ਵਿੱਚ ਇਹ ਪਿੰਡ ਪੈਂਦਾ ਸੀ ਜਿੱਥੇ ਭਾਈ ਮਨੀ ਸਿੰਘ ਜੀ ਦਾ ਜਨਮ ਜਿਹੜਾ ਆ ਉਹ ਹੁੰਦਾ ਹੈ। ਭਾਈ ਮਨੀ ਸਿੰਘ ਆਪਣੇ ਆਪ 'ਚ ਬੜੀ ਮਹਾਨ ਇੱਕ ਸ਼ਖਸੀਅਤ ਨੇ, ਅਤੇ 9 ਜੁਲਾਈ ਨੂੰ ਇਹਨਾਂ ਦਾ ਮੂਲ ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਨਾਲ ਦੁਨੀਆ ਭਰ ਵਿੱਚ ਵਸਦੇ ਸਿੱਖ ਜਾਂ ਇਨਸਾਫ ਪਸੰਦ ਲੋਕਾਂ ਨੇ ਉਹਨਾਂ ਦੇ ਜਨਮ ਦਿਨ ਨੂੰ ਧਿਆਨ ਵਿੱਚ ਰੱਖਦਿਆਂ ਯਾਦ ਕੀਤਾ। ਹੁਣ ਇੱਕ ਗੱਲ ਜ਼ਰੂਰ ਧਿਆਨ ਵਿੱਚ ਰਹਿਣੀ ਚਾਹੀਦੀ ਹੈ ਵੀ ਜਦੋਂ ਤੁਸੀਂ ਭਾਈ ਮਨੀ ਸਿੰਘ ਵਰਗੀ ਸ਼ਖਸੀਅਤ ਨੂੰ ਜਾਂ ਉਹਨਾਂ ਨੂੰ ਸਮਝਣਾ ਆ ਤਾਂ ਇਹ ਧਿਆਨ ਵਿੱਚ ਰਵੇ ਵੀ ਭਾਈ ਮਨੀ ਸਿੰਘ 12 ਭਰਾ ਨੇ। ਇੱਕ ਭਰਾ ਉਹਨਾਂ ਦਾ ਬਚਪਨ ਵਿੱਚ ਕਿਸੇ ਕਾਰਨ ਅਕਾਲ ਚਲਾਣਾ ਕਰ ਜਾਂਦਾ ਆ, ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ। ਬਾਕੀ ਦੇ 11 ਦੇ 11 ਭਰਾ ਸ਼ਹਾਦਤ ਦਾ ਜਾਮ ਪੀਂਦੇ ਆ। ਹੁਣ ਇਹ ਆਪਣੇ ਆਪ 'ਚ ਬੜੀ ਵੱਡੀ ਗੱਲ ਹੁੰਦੀ ਹੈ ਵੀ ਜਦੋਂ ਵੇਖੋ ਇਤਿਹਾਸ ਤੁਸੀਂ ਪੜ੍ਹਨਾ ਆ ਤਾਂ ਇੱਥੇ ਵਿਦਵਾਨਾਂ ਦਾ ਜ਼ਿਕਰ ਵੀ ਆਊਗਾ, ਇੱਥੇ ਭਗਤਾਂ ਦਾ ਜ਼ਿਕਰ ਵੀ ਆਊਗਾ, ਇੱਥੇ ਸ਼ਹਾਦਤ ਪੀਣ ਵਾਲਿਆਂ ਦਾ ਜ਼ਿਕਰ ਵੀ ਆਊਗਾ। ਅਤੇ ਬੜੀ ਵਾਰ ਆਪਾਂ ਗੱਲ ਕਰਦੇ ਹੁੰਦੇ ਹਾਂ ਵੀ ਜਿਹੜਾ ਭਗਤ ਆ ਉਹ ਫਲਸਫੇ ਨੂੰ ਸਿਰਜਦਾ ਆ, ਜਿਹੜਾ ਵਿਦਵਾਨ ਹੈ ਉਹ ਫਲਸਫੇ ਦੀ ਵਿਆਖਿਆ ਕਰਦਾ ਆ, ਉਸ ਫਿਲੋਸਫੀ ਨੂੰ ਲੋਕਾਂ ਤੱਕ ਲੈ ਕੇ ਜਾਂਦਾ ਆ, ਅਤੇ ਜਿਹੜਾ ਸ਼ਹਾਦਤ ਹੈ ਇਹ ਉਸ ਫਲਸਫੇ ਨੂੰ ਇਨ ਬਿਨ ਜਿਉਂਦਾ ਆ।
ਫਿਰ ਸਮਝਿਓ ਗੱਲ। ਜਿਹੜਾ ਭਗਤ ਹੈ ਉਹ ਫਲਸਫਾ ਸਿਰਜਦਾ ਆ, ਜਿਹੜਾ ਵਿਦਵਾਨ ਹੈ ਉਹ ਫਲਸਫੇ ਨੂੰ ਲੋਕਾਂ ਤੱਕ ਲੈ ਕੇ ਜਾਂਦਾ, ਉਹਦੀ ਵਿਆਖਿਆ ਕਰਦਾ, ਉਹਦੇ ਬਾਰੇ ਚਰਚਾ ਕਰਦਾ ਆ, ਉਹਦੇ ਬਾਰੇ ਖੋਜ ਕਰਦਾ ਆ, ਲੋਕਾਂ ਨੂੰ ਉਹਦੇ ਬਾਰੇ ਦੱਸਦਾ ਆ। ਤੇ ਜਿਹੜਾ ਸ਼ਹੀਦ ਹੈ ਉਹ ਇਨ ਬਿਨ ਉਸ ਫਲਸਫੇ ਨੂੰ ਜਿਉਂਦਾ ਆ। ਹੁਣ ਇਤਿਹਾਸ ਵਿੱਚ ਜਿੰਨਾ ਮਾਣ ਸ਼ਹੀਦ ਨੂੰ ਮਿਲਦਾ ਆ ਨਾ, ਇੰਨਾ ਮਾਣ ਭਗਤ ਨੂੰ ਤੇ ਜਿਹੜਾ ਵਿਦਵਾਨ ਹੈ ਉਹਨੂੰ ਨਹੀਂ ਮਿਲਦਾ। ਹੁਣ ਇਹ ਦੌੜ ਸਾਡੀ ਕਈ ਵਾਰ ਲੱਗ ਜਾਂਦੀ ਹੈ, ਕਿਉਂਕਿ ਤੁਸੀਂ ਜਦੋਂ ਸ਼ਹੀਦ ਹੋਣ ਦੀ ਗੱਲ ਆ ਨਾ, ਉਹਦਾ ਮਤਲਬ ਹੈ ਵੀ ਪੂਰੀ ਜ਼ਿੰਦਗੀ ਨੂੰ ਸਮਰਪਿਤ ਹੋ ਗਿਆ ਉਸ ਵਿਚਾਰਧਾਰਾ ਨੂੰ ਜਾਂ ਉਸ ਸਾਰੀ ਦੀ ਸਾਰੀ ਫਿਲਾਸਫੀ ਨੂੰ। ਇਹਦਾ ਅਰਥ ਇਹ ਨਹੀਂ ਹੋਏਗਾ ਵੀ ਭਗਤ ਤੇ ਵਿਦਵਾਨ ਦਾ ਕੋਈ ਮਤਲਬ ਨਹੀਂ ਬਣ ਜਾਂਦਾ, ਪਰ ਜਿਹੜੀ ਲੋਕਾਂ ਦੇ ਮਨਾਂ ਵਿੱਚ ਛਾਪ ਹੈ ਨਾ ਵੀ ਬੰਦਾ ਉਸ ਚੀਜ਼ ਲਈ ਮਰਨ ਤੱਕ ਗਿਆ, ਮਤਲਬ ਆਖਰੀ ਸਾਹ ਵੀ ਉਹਦੇ ਲਈ ਲਿਆ ਉਹਨੇ, ਜਿਹੜੀ ਚੀਜ਼ ਉਹਨੇ ਪੜ੍ਹੀ ਹੈ ਸਮਝੀ ਹੈ। ਜੇ ਫਿਰ ਇਹੋ ਜਿਹੇ ਜਿਹੜੇ ਨਾਇਕ ਨੇ ਜਾਂ ਇਹੋ ਜਿਹੇ ਜਿਹੜੇ ਮਹਾਨ ਯੋਧੇ ਨੇ, ਉਹਨਾਂ ਦੇ ਜਨਮ, ਉਹਨਾਂ ਦੇ ਜਾਣ ਦੀਆਂ ਗੱਲਾਂ, ਉਹਨਾਂ ਦੀ ਸ਼ਹਾਦਤ ਦੀ ਗੱਲ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਵਾ ਉਹ ਚੇਤੇ ਵਿੱਚ ਰੱਖੀਆਂ ਜਾਂਦੀਆਂ, ਉਹਨਾਂ ਨੂੰ ਲੋਕ ਜਿਹੜੇ ਆ ਉਹ ਚੇਤੇ ਕਰਦੇ ਆ। ਸੋ ਇਸ ਲਈ ਇਹ ਗੱਲ ਵੀ ਬੜੀ ਮਾਇਨੇ ਰੱਖਦੀ ਹੁੰਦੀ ਹੈ ਵੀ ਭਾਈ ਮਨੀ ਸਿੰਘ ਸ਼ਹਾਦਤ ਦਾ ਜਾਮ ਪੀਂਦੇ ਔਰ 11 ਦੇ 11 ਭਰਾ। ਥੋੜ੍ਹਾ ਜਿਹਾ ਤੁਹਾਡਾ ਧਿਆਨ ਹੋਰ ਮੈਂ ਦਵਾ ਦੇਣਾ ਚਾਹੁੰਦਾ ਇਤਿਹਾਸ ਵਾਲੇ ਬੰਨੇ ਵੀ ਇਹਨਾਂ ਦੇ ਦਾਦਾ ਜੀ ਭਾਈ ਬੱਲੂ ਜੀ, ਜਿਨ੍ਹਾਂ ਦਾ ਇਤਿਹਾਸ ਵਿੱਚ ਨਾਮ ਹੈ, ਇਹਨਾਂ ਦੇ ਦਾਦਾ ਜੀ ਭਾਈ ਬੱਲੂ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਨਾਲ ਕਰਤਾਰਪੁਰ ਦੀ ਜੰਗ ਵਿੱਚ ਸ਼ਹਾਦਤ ਦਾ ਜਾਮ ਪੀਂਦੇ। ਯਾਨੀ ਕਿ ਪੀੜ੍ਹੀ ਵੇਖੋਗੇ ਨਾ, ਜਦੋਂ ਤੁਸੀਂ ਪਰਿਵਾਰਨਾਮਾ ਵੇਖੋਗੇ ਇਹਨਾਂ ਦਾ ਪਰਿਵਾਰ ਦੀਆਂ ਕਰਨੀਆਂ, ਤਾਂ ਮਤਲਬ ਇੱਦਾਂ ਕਹਿ ਲਓ ਇਤਿਹਾਸਕਾਰਾਂ ਨੇ ਇੱਦਾਂ ਵੀ ਲਿਖਿਆ, ਗਿਣਤੀਆਂ ਵੱਧ ਘੱਟ ਹੋ ਸਕਦੀਆਂ, ਵੀ ਲਗਭਗ 90 ਦੇ ਲਾਗੇ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਸਿੱਖੀ ਲਈ ਸ਼ਹਾਦਤ ਦਾ ਜਾਮ ਪੀਂਦੇ ਆ। ਤੇ ਮੈਂ ਬੜੀ ਵਾਰ ਕਹਿਣਾ ਹੁੰਦਾ ਵੀ ਇੱਥੇ ਤਾਂ 90 ਮਿੰਟ ਜਿਹੜਾ ਗੁਰੂ ਨੂੰ ਦਿੰਦਾ ਨਾ, ਉਹਦੇ ਤੋਂ ਬਾਅਦ ਵੀ ਅਹਿਸਾਨ ਚਾਹੁੰਦਾ ਹੈ ਵੀ ਮੇਰੀ ਕਦਰ ਹੋਵੇ ਜਾਂ ਮੈਨੂੰ ਮਾਣ ਸਨਮਾਨ ਉੱਦਾਂ ਦਾ ਮਿਲਣਾ ਚਾਹੀਦਾ ਹੈ, ਔਰ ਉਹ ਕਰਦੇ ਵੀ ਨੇ ਇੱਦਾਂ। ਪਰ ਗੁਰੂ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਆਇਆ ਹੋਇਆ ਇਹ ਮਹਾਨ ਯੋਧਾ, ਔਰ ਫਿਰ ਭਾਈ ਮਨੀ ਸਿੰਘ ਜਦੋਂ ਗੁਰੂ ਸਾਹਿਬ ਜੀ ਇਸ ਆਪਣੀ ਜ਼ਿੰਦਗੀ ਦੀ ਯਾਤਰਾ ਨੂੰ ਜੀ ਰਹੇ ਆ, ਆਪਣਾ ਸਫ਼ਰ ਕਰ ਰਹੇ ਆ, ਔਰ ਭਾਰਤ ਦੇ ਹਾਲਾਤ ਸਾਡੇ ਸਾਹਮਣੇ ਨੇ, ਕਿਸ ਤਰ੍ਹਾਂ ਸਰਹੰਦ ਨੂੰ ਉਜਾੜਿਆ ਜਾਂਦਾ ਆ, ਕਿਸ ਤਰ੍ਹਾਂ ਆਨੰਦਪੁਰ ਨੂੰ ਘੇਰਾ ਪਾਇਆ ਜਾਂਦਾ ਆ। ਗੱਲ ਸਿੱਧੀ ਜੀ ਇਹ ਹੈ ਵੀ ਜਿਹੜੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਜੀ ਦਾ ਘਰ ਦੇ ਰਿਹਾ ਹੈ, ਉਹ 10 ਜਾਮਿਆਂ ਨੇ ਜਦੋਂ ਉਸ ਵਿਚਾਰਧਾਰਾ ਨੂੰ ਅੱਗੇ ਦੀ ਅੱਗੇ ਫੈਲਾਇਆ ਜਾਂ ਅੱਗੇ ਦੀ ਅੱਗੇ ਉਹ ਵਿਚਾਰਧਾਰਾ ਨੂੰ ਬੂਰ ਪਿਆ, ਤੇ ਉਹ ਜਿੱਥੇ ਜਿੱਥੇ ਵੀ ਉਹ ਵਿਚਾਰਧਾਰਾ ਜਾਏਗੀ ਜਾਂ ਜਿੱਥੇ ਜਿੱਥੇ ਵੀ ਉਹ ਵਿਚਾਰਧਾਰਾ ਦੇ ਅੰਦਰ ਜ਼ਿੰਦਗੀ ਜਿਉਣ ਵਾਲੇ ਬੰਦੇ ਪੈਦਾ ਹੋਣਗੇ, ਉੱਥੇ ਉੱਥੇ ਉਸ ਵੇਲੇ ਦੇ ਸਮੇਂ ਦੇ ਜਿਹੜੇ ਹਕੂਮਤ ਆ, ਹਾਲਾਤ ਆ, ਜਿਹੜਾ ਹਾਕਮ ਆ, ਉਹਨੂੰ ਇਹ ਗੱਲ ਕਦੇ ਵੀ ਜਿਹੜੀ ਆ ਉਹ ਪ੍ਰਵਾਨ ਨਹੀਂ ਚੜ੍ਹਦੀ ਹੁੰਦੀ। ਤੇ ਉਹ ਆਨੰਦਪੁਰ ਦਾ ਉੱਜੜਨਾ, ਗੁਰੂ ਸਾਹਿਬ ਜੀ ਦੇ ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਦਾ ਵਿਛੋੜਾ, ਪਰਿਵਾਰ 3 ਹਿੱਸਿਆਂ 'ਚ ਵੰਡਿਆ ਜਾਣਾ, ਉੱਥੇ ਭਾਈ ਮਨੀ ਸਿੰਘ ਜੀ ਆਪਣੀ ਬਾਖੂਬੀ ਜ਼ਿੰਮੇਵਾਰੀ ਨਿਭਾਉਂਦੇ ਆ, ਜਿਹੜੀ ਉਹਨਾਂ ਦੀ ਬਣਦੀ ਹੈ, ਜਿਹੜੀ ਡਿਊਟੀ ਲੱਗਦੀ ਹੈ। ਕਈਆਂ ਨੂੰ ਲੱਗਦਾ ਵੀ ਸਰਹੰਦ ਤੋਂ ਬਾਅਦ ਭਾਈ ਮਨੀ ਸਿੰਘ ਕਿਤੇ ਨਜ਼ਰ ਨਹੀਂ ਆਇਆ। ਹੁਣ ਇਹ ਅਸੀਂ ਜਦੋਂ ਇਹਦਾ ਲੜੀ 'ਚ ਜੋੜਦੇ ਆ ਨਾ ਵੀ ਇੱਥੇ ਇਹ ਨਹੀਂ ਦੱਸਿਆ, ਇੱਥੇ ਇਹ ਨਹੀਂ ਦੱਸਿਆ, ਤੇ ਤਾਂ ਬਹੁਤ ਕੁਝ ਲੱਭ ਜਾਣਾ ਹੈ ਵੀ ਜਿੱਥੇ ਤੁਸੀਂ ਕਹੋਗੇ ਵੀ ਇੱਥੇ ਆਹ ਬੰਦਾ ਕਿਉਂ ਨਹੀਂ ਕਿਤੇ ਨਜ਼ਰ ਆ ਰਿਹਾ ਜਾਂ ਇੱਥੇ ਆਹ ਬੰਦਾ ਕਿਉਂ ਨਜ਼ਰ ਨਹੀਂ ਆ ਰਿਹਾ। ਸੋ ਇਹ ਕਮਜ਼ੋਰੀ ਹੁੰਦੀ ਹੈ ਜਦੋਂ ਪੂਰਨ ਰੂਪ ਵਿੱਚ ਅਸੀਂ ਇਤਿਹਾਸ ਨੂੰ ਜਾਂ ਪੂਰੀਆਂ ਸਾਰੀਆਂ ਉਹਨਾਂ ਪਰਤਾਂ ਨੂੰ ਖੋਲ੍ਹ ਨਹੀਂ ਸਕਦੇ ਹੁੰਦੇ, ਤਾਂ ਅਸੀਂ ਇੱਕ ਪੱਖ ਉਹਦਾ ਲੈ ਕੇ ਤੇ ਉਹਦੇ ਤੇ ਸਾਰੀ ਚਰਚਾ ਜਾਂ ਉਹਦੇ ਤੇ ਸਾਰੀ ਵਿਆਖਿਆ ਜਾਂ ਸਾਡਾ ਸਾਰਾ ਜ਼ੋਰ ਉਹਦੇ ਤੇ ਲੱਗਦਾ ਹੁੰਦਾ, ਤੇ ਉਸ ਵੇਲੇ ਅਸੀਂ ਇਤਿਹਾਸ ਨਾਲ ਤੇ ਇਤਿਹਾਸ ਦੇ ਨਾਇਕਾਂ ਦੇ ਨਾਲ ਜਿਹੜਾ ਆ ਉਹ ਇਨਸਾਫ ਨਹੀਂ ਕਰਦੇ। ਖੈਰ, ਹੁਣ ਭਾਈ ਮਨੀ ਸਿੰਘ ਜੀ ਜਦੋਂ ਇੱਥੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ, ਤਾਂ ਉਸ ਵੇਲੇ ਭਾਈ ਮਨੀ ਸਿੰਘ ਗੁਰੂ ਸਾਹਿਬ ਜੀ ਨਾਲੋਂ ਅਲੱਗ ਹੁੰਦੇ ਆ। ਉਹ ਲੰਬਾ ਚੌੜਾ ਇਤਿਹਾਸ ਦਾ ਪੱਖ ਹੈ। ਫਿਰ ਭਾਈ ਮਨੀ ਸਿੰਘ ਜੀ ਸਾਬੋ ਕੀ ਤਲਵੰਡੀ ਧਰਤੀ ਤੇ ਗੁਰੂ ਸਾਹਿਬ ਜੀ ਜਦੋਂ ਮੁਕਤਸਰ ਦੀ ਧਰਤੀ ਤੋਂ ਸਾਬੋ ਕੀ ਤਲਵੰਡੀ ਧਰਤੀ ਤੇ ਪਹੁੰਚਦੇ ਆ, ਇੱਥੇ ਭਾਈ ਮਨੀ ਸਿੰਘ ਗੁਰੂ ਸਾਹਿਬ ਜੀ ਨੂੰ ਮਿਲਦੇ ਆ। ਸਾਰਾ ਕੁਝ ਉਹਦੇ ਤੇ ਚਰਚਾ ਹੁੰਦੀ ਹੈ, ਸਾਰਾ ਸੰਵਾਦ ਰਚਿਆ ਜਾਂਦਾ ਆ, ਸਾਰੀ ਨੀਤੀ ਬਣਾਈ ਜਾਂਦੀ ਹੈ। ਉਸ ਨੀਤੀ ਵਿੱਚ ਹੈ ਵੀ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਵਰਗਿਆਂ ਨੂੰ ਪੰਜਾਬ ਦੇ ਵਿੱਚ ਲੋਕਾਂ ਨੂੰ ਬਾਣੀ ਦੇ ਨਾਲ ਜਾਂ ਲੋਕਾਂ ਤੱਕ ਬਾਣੀ ਲੈ ਕੇ ਜਾਣੀ, ਪੋਥੀਆਂ ਲਿਖਣੀਆਂ, ਲਿਖ ਕੇ ਲੋਕਾਂ ਦੇ ਤੱਕ ਪਹੁੰਚਾਉਣੀਆਂ,
ਹੁਣ ਕਿਉਂਕਿ ਬਾਣੀ ਵਾਲੀ ਜਿਹੜੀ ਗੱਲ ਨੇ ਵੀ ਬਾਣੀ ਗੁਰੂ ਸਾਹਿਬ ਜੀ ਨੇ ਥੋੜਾ ਜਿਹਾ ਮੈਂ ਇੱਥੇ ਤੁਹਾਡੇ ਸਾਹਮਣੇ ਧਿਆਨ 'ਚ ਗੱਲ ਲਿਆਉਣੀ ਚਾਹੁੰਦਾ ਵੀ ਭਾਈ ਮਨੀ ਸਿੰਘ ਜੀ ਦੀ ਇਹ ਘਾਲਣਾ ਆਪਣੇ ਆਪ ਵਿੱਚ ਵੀ ਉਸ ਵੇਲੇ ਜਦੋਂ ਮੁਗਲ ਹਕੂਮਤ ਚਾਹੁੰਦੀ ਹੈ ਵੀ ਸਿੱਖਾਂ ਦਾ ਨਾਂ ਲੈਣਾ ਵੀ ਪੰਜਾਬ ਵਿੱਚ ਬੰਦ ਹੋ ਜਾਏ, ਉਸ ਵੇਲੇ ਭਾਈ ਮਨੀ ਸਿੰਘ ਜੀ ਨੂੰ ਇਹ ਜ਼ਿੰਮੇਵਾਰੀ ਕਲਗੀਧਰ ਪਾਤਸ਼ਾਹ ਜੀ ਦੀ ਲਾ ਕੇ ਜਾਣੀ ਇਹ ਗੱਲ ਦੱਸਦੀ ਹੈ ਵੀ ਭਾਈ ਮਨੀ ਸਿੰਘ ਆਪਣੇ ਆਪ 'ਚ ਇੱਕ ਮਹਾਨ ਜ਼ਿੰਮੇਵਾਰੀ ਨਿਭਾਉਣ ਦੇ ਕਾਬਿਲ ਸਨ। ਇਸ ਕਰਕੇ ਇਹ ਜ਼ਿੰਮੇਵਾਰੀ ਸਾਬੋ ਕੀ ਤਲਵੰਡੀ ਧਰਤੀ ਤੇ ਉਹਨਾਂ ਨੂੰ ਦਿੱਤੀ ਗਈ ਔਰ ਉਹਨਾਂ ਨੇ ਬਾਖੂਬੀ ਨਿਭਾਈ ਔਰ ਉਹਨਾਂ ਨੇ ਆਪਣੀ ਫੀਲਡ ਵਿੱਚ ਉਸ ਪੂਰੇ ਜਿਹੜਾ ਆ ਤਨਦੇਹੀ ਨਾਲ ਰੋਲ ਪਲੇ ਕੀਤਾ। ਔਰ ਬੰਦਾ ਸਿੰਘ ਬਹਾਦਰ ਦੇ ਨਾਲ ਜਦੋਂ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ਤੇ ਆਉਂਦਾ ਆ ਤਾਂ ਭਾਈ ਮਨੀ ਸਿੰਘ ਆਪਣਾ ਰੋਲ ਉਹਦੇ 'ਚ ਬਾਖੂਬੀ ਨਿਭਾਉਂਦਾ ਆ। ਉਹ ਸਿੱਖਾਂ ਦੇ ਜਥੇ ਤਿਆਰ ਕਰਕੇ ਹੋਣ ਜਾਂ ਬਹੁਤ ਸਾਰੇ ਸਿੱਖ ਬੰਦਾ ਸਿੰਘ ਬਹਾਦਰ ਦੇ ਕਾਫਲੇ ਨਾਲ ਰਲ ਕੇ ਰਲਦੇ ਆ, ਉਹਦੀ ਪਿਛੋਕੜ ਵਿੱਚ ਉਹਦੀ ਜਿਹੜੀ ਬੈਕ ਤੇ ਕੰਮ ਕਰਨ ਵਾਲਾ ਆ, ਜਿਹੜਾ ਉਹਦੇ ਮਾਸਟਰ ਮਾਈਂਡ ਹੈ, ਤੇ ਤੁਸੀਂ ਐਂ ਕਹਿ ਸਕਦੇ ਹੋ ਉਹ ਭਾਈ ਮਨੀ ਸਿੰਘ ਹੈ, ਜਿਹਨੂੰ ਕਲਗੀਧਰ ਪਾਤਸ਼ਾਹ ਜੀ ਪਹਿਲਾਂ ਹੀ ਟ੍ਰੇਨਿੰਗ ਦੇ ਕੇ ਗਏ ਨੇ, ਤਿਆਰੀ ਕਰਾ ਕੇ ਗਏ ਨੇ ਉਹਨਾਂ ਦੀ ਵੀ ਤੁਸੀਂ ਕਿਸ ਤਰ੍ਹਾਂ ਨਾਲ, ਕਿਉਂਕਿ ਇਹਨਾਂ ਨਾਲ ਸਾਨੂੰ ਜਿਹੜਾ ਜਦੋਂ ਤੁਸੀਂ ਬੰਦਾ ਸਿੰਘ ਬਹਾਦਰ ਦੀ ਗੱਲ ਵੀ ਇਹ ਅਚਨਚੇਤੀ ਨਹੀਂ ਹੋਇਆ ਵੀ ਗੁਰੂ ਸਾਹਿਬ ਜੀ ਜਿਹੜੇ ਆ ਉਹ ਉਸ ਵੇਲੇ ਦੱਖਣ ਨੂੰ ਚਲੇ ਗਏ ਵੀ ਚਲੋ ਆਪਾਂ ਪੰਜਾਬ ਤੋਂ ਬਾਹਰ ਚਲੇ ਜਾਂਦੇ ਹਾਂ। ਨਹੀਂ, ਉਹ ਵੀ ਇੱਕ ਪਲੈਨਿੰਗ ਦਾ ਪਾਰਟ ਹੈ, ਉਹ ਵੀ ਗੁਰੂ ਸਾਹਿਬ ਜੀ ਦੀ ਇੱਕ ਪਲੈਨਿੰਗ ਹੈ ਪੂਰੀ, ਕਿਉਂਕਿ ਬੰਦਾ ਸਿੰਘ ਬਹਾਦਰ ਨਾਲ ਗੁਰੂ ਸਾਹਿਬ ਜੀ ਦੀ ਮਿਲਣੀ ਹੋ ਚੁੱਕੀ ਹੈ। ਹੁਣ ਇਤਿਹਾਸਕਾਰਾਂ ਨੇ ਬਹੁਤ ਕੁਝ ਇਸ ਤਰ੍ਹਾਂ ਦਾ ਸਾਡੇ ਸਾਹਮਣੇ ਲਿਆਂਦਾ ਵੀ ਬੰਦਾ ਸਿੰਘ ਬਹਾਦਰ ਜਿਹੜਾ ਆ ਗੁਰੂ ਸਾਹਿਬ ਜੀ ਨੂੰ ਦੇਹਰਾਦੂਨ ਦੇ ਇਲਾਕੇ ਵਿੱਚ ਮਿਲ ਚੁੱਕਿਆ ਆ ਔਰ ਬੰਦਾ ਸਿੰਘ ਬਹਾਦਰ ਦੇ ਜਿਹੜੇ ਪਿਛੋਕੜ ਵਿੱਚ ਹੈ ਉਹ ਕਲਗੀਧਰ ਪਾਤਸ਼ਾਹ ਜੀ ਦੀ ਜਿਹੜੀ ਵਿਚਾਰ ਆ ਉਹ ਚੱਲ ਰਹੀ ਹੈ। ਤੇ ਗੁਰੂ ਸਾਹਿਬ ਜੀ ਬੰਦਾ ਸਿੰਘ ਬਹਾਦਰ ਨੂੰ ਮਿਲਣ ਵਾਸਤੇ ਜਾਂ ਉਹਨਾਂ ਨੂੰ ਪਤਾ ਆ ਵੀ ਇਸ ਜਗ੍ਹਾ ਤੇ ਬੰਦਾ ਸਿੰਘ ਬਹਾਦਰ ਨੂੰ ਭੇਜ ਕੇ ਅਸੀਂ ਇਹ ਸਾਰੇ ਕਾਫਲੇ ਨੂੰ ਤਿਆਰ ਕਰਕੇ ਔਰ ਇਹਨਾਂ ਦੇ ਨਾਲ ਹਿੱਕ ਡਾਈ ਜਾ ਸਕਦੀ ਹੈ, ਇਹਨਾਂ ਨਾਲ ਮੱਥਾ ਲਾਇਆ ਜਾ ਸਕਦਾ ਹੈ। ਸੋ ਗੁਰੂ ਸਾਹਿਬ ਜੀ ਉਧਰ ਨੂੰ ਗਏ ਔਰ ਪੰਜਾਬ ਦੇ ਵਿੱਚ ਜਿਹੜਾ ਲੋਕਾਂ ਨੂੰ ਵੀ ਸਰਕਾਰਾਂ ਦੇ ਜਿਹੜੇ ਧੱਕੇ ਨੇ, ਹਾਕਮ ਜਿਹੜਾ ਬੰਦਾ ਅੱਜ ਵੀ ਬਹੁਤ, ਜਿਵੇਂ ਤੁਸੀਂ ਅੱਜ ਦੀ ਗੱਲ ਵੀ ਕਰ ਲਓ, ਭਾਵੇਂ ਅੱਜ ਦਾ ਪੰਜਾਬ ਹੈ, ਭਾਵੇਂ ਅੱਜ ਤੋਂ 20 ਸਾਲ ਪੁਰਾਣਾ ਪੰਜਾਬ ਹੈ, ਜੇ ਆਪਾਂ 2-4 ਦਿਨ ਪਿੱਛੇ ਚਲੇ ਜਾਈਏ ਵੀ ਸੂਰੀ ਵਰਗੇ ਨਲਾਇਕ ਜੇ ਬੰਦੇ ਵੀ ਯਾਰ ਪਤਾ ਨਹੀਂ ਸਰਕਾਰਾਂ ਕੀ ਕਰਦੀਆਂ। ਜੇ ਕੋਈ ਸਿੱਖ ਮੜੀ ਜੀ ਕਿਤੇ ਸਿੱਖੀ ਦੀ ਗੱਲ ਵੀ ਕਰਦੇ, ਪੰਜਾਬ ਦੀ ਗੱਲ ਵੀ ਕਰਦੇ, ਕਿਤੇ ਰਾਜ ਕਰੇਗੇ ਖਾਲਸਾ ਦੀ ਗੱਲ ਵੀ ਕਰਦੇ, ਤੇ ਸਾਡੇ ਬੰਦਿਆਂ ਨੂੰ ਬੜੀ ਪਰੇਸ਼ਾਨੀ ਕਰਦੀ ਹੈ ਵੀ ਇਹ ਇਦਾਂ ਕਿਉਂ ਕਹਿੰਦੇ ਨੇ, ਇਹ ਰਾਜ ਕਰੇਗਾ ਖਾਲਸਾ। ਪਰ ਸੂਰੀ ਵਰਗੇ ਬੰਦੇ ਸਾਡੀਆਂ ਬੱਚੀਆਂ ਵਾਸਤੇ, ਸਾਡੀਆਂ ਬੱਚੀਆਂ ਕੀ ਮੈਂ ਕਹਿੰਦਾ ਵੀ ਕਿਸੇ ਵੀ ਬੱਚੀ ਵਾਸਤੇ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਪਤਾ ਨਹੀਂ ਇਹ ਕਿਉਂ ਬੰਦੇ ਵਰਤਦੇ ਨੇ, ਕੌਣ ਬੰਦਾ ਇਹਨਾਂ ਦੀ ਪਿਛੋਕੜ 'ਚ ਕੰਮ ਕਰਦਾ ਆ, ਜਾਂ ਜਿਹੜੇ ਸਾਡੇ ਹਾਕਮ ਨੇ, ਜਿਹੜੇ ਸਰਕਾਰੀ ਤੰਤਰ ਹੈ ਸਾਡਾ, ਵੀ ਇਹਨਾਂ ਨੂੰ ਨਜ਼ਰ ਕਿਉਂ ਨਹੀਂ ਆਉਂਦਾ ਵੀ ਕਿਉਂ ਸਿਕਿਉਰਟੀਆਂ ਦੇ ਕੇ, ਯਾਨੀ ਪੰਜਾਬ 'ਚ ਰਹਿ ਕੇ, ਪੰਜਾਬ ਦਾ ਖਰਚਾ ਕਰਕੇ, ਪੰਜਾਬ ਦੀ ਸਿਕਿਉਰਿਟੀ ਦੇ ਕੇ, ਤੇ ਉਸ ਬੰਦੇ ਦੀ ਜਿਹੜੀ ਮਨਸ਼ਾ ਆ ਉਹ ਇੱਕ ਨਹੀਂ ਵੀ ਉਹਨੇ ਬਕਵਾਸ ਹੁਣ ਕੀਤੀ ਹੈ, ਉਹ ਅਕਸਰ ਇਦਾਂ ਦੀ ਬਕਵਾਸ ਕਰਦਾ ਹੈ, ਪਰ ਅਸੀਂ ਧਿਆਨ ਕਿਉਂ ਨਹੀਂ ਦਿੰਦੇ। ਸੋ ਇਸ ਤਰ੍ਹਾਂ ਨਾਲ ਸਾਨੂੰ ਇੱਕ, ਕਿਉਂਕਿ ਇਹੋ ਜਿਹੇ ਬੰਦੇ ਵੀ ਜਿਹੜੇ ਆ ਉਹ ਬਕਵਾਸਬਾਜ਼ੀ ਅਕਸਰ ਕਰਦੇ ਰਹਿੰਦੇ ਆ। ਖੈਰ, ਕਿਸੇ ਵੀ ਬੱਚੀ ਵਾਸਤੇ, ਸਾਡੇ NRA ਭਰਾ ਹੋਣ, ਭਾਵੇਂ ਬਾਹਰ ਵਸਦੇ ਸਾਡੇ ਵਿਦੇਸ਼ੀ ਵੀਰ ਹੋਣ, ਇਹ ਠੀਕ ਆ ਵੀ ਇਹ ਬੰਦੇ ਇਹੋ ਜਿਹੇ ਆ, ਇਹਨਾਂ ਨੂੰ ਸਾਰਾ ਕੁਝ ਇਦਾਂ ਦਾ ਹੀ ਲੱਗਦਾ ਆ, ਜਿਹੜਾ ਬੰਦਾ ਆਪ ਇਦਾਂ ਦਾ ਹੁੰਦਾ, ਪਰ ਇਹਨਾਂ ਨੂੰ ਕਦੀ ਦੱਸਿਆ ਹੁੰਦਾ ਵੀ ਸਿੱਖੀ ਦਾ ਕਿਰਦਾਰ, ਕਰੈਕਟਰ ਕੀ ਹੈ, ਸਿੱਖਾਂ ਦੇ ਅਖਲਾਕ ਕੀ ਨੇ, ਸਾਡੀਆਂ ਬੱਚੀਆਂ ਦੇ ਅਖਲਾਕ ਕੀ ਆ। ਤੇ ਕਸੂਰ ਇਹਨਾਂ ਦਾ ਵੀ ਨਹੀਂ ਹੈ, ਜਦੋਂ ਸਾਰੇ ਪੰਜਾਬ ਨੇ ਗਾਉਣ ਵਾਲਿਆਂ ਦੇ ਰਾਹੀਂ ਪੰਜਾਬ ਦੀਆਂ ਬੱਚੀਆਂ ਨੂੰ ਹੀਰ ਸਾਹਿਬਾਂ ਮਿਰਜ਼ੇ ਦੇ ਕਿੱਸੇ ਪੜ੍ਹਾਉਣੇ ਨੇ ਤੇ ਉਹਨਾਂ ਦੇ ਕਾਰਨਾਮੇ ਦੱਸਣੇ ਨੇ, ਤਾਂ ਇਹੋ ਜਿਹੇ ਬੰਦੇ ਬਦਦਮਾਗ ਵੀ ਸੋਚ ਸਕਦੇ ਆ ਵੀ ਪੰਜਾਬ ਦੇ ਬੱਚੇ ਸ਼ਾਇਦ ਇਦਾਂ ਦੇ ਹੋਣੇ। ਉਹ ਨਹੀਂ ਭਾਈ, ਸਾਡੇ ਇਤਿਹਾਸ ਨੂੰ ਕਿਤੇ ਜੇ ਫਰੋਲਣਾ ਹੋਇਆ ਤਾਂ ਕਿਤੇ ਫਰੋਲ ਕੇ ਵੇਖੀ, ਤੁਹਾਡੀਆਂ ਬੋਲਤੀਆਂ ਬੰਦ ਹੋ ਜਾਣਗੀਆਂ। ਪੂਰੀ ਦੁਨੀਆ ਇਸ ਵੇਲੇ ਆ ਕਰੋਨਾ ਵਰਗੀ ਮਹਾਮਾਰੀ ਦੇ ਵਿੱਚ ਅਗਲੇ ਇਹ ਕਹਿ ਰਹੇ ਆ, ਭਾਵੇਂ ਉਹ ਕਿਤੇ ਵੀ ਬੈਠਾ ਪੰਜਾਬੀ ਹੋਵੇ, ਪੰਜਾਬ ਤੋਂ ਬਾਹਰ ਬੈਠਾ, ਦੁਨੀਆ ਭਰ ਵਿੱਚ ਬੈਠੇ ਪੰਜਾਬੀ ਨੇ ਆਪ ਮੁਸੀਬਤ ਵਿੱਚ ਪੈ ਕੇ ਲੋਕਾਂ ਦੀ ਮੁਸੀਬਤ ਵਿੱਚ ਮਦਦ ਕੀਤੀ। ਇਹ ਸਾਡੇ ਸੁਭਾਅ ਵਿੱਚ ਐ, ਅਸੀਂ ਇਕੱਲਾ ਸਰਬੱਤ ਦਾ ਭਲਾ ਕਹਿੰਦੇ ਨਹੀਂ ਆ, ਕਰਨ ਦੀ ਹਿੰਮਤ ਵੀ ਖੈਰ ਅਸੀਂ ਰੱਖਦੇ ਹਾਂ। ਤੋ ਇਹੋ ਜਿਹੇ ਬੰਦੇ ਜਿਹੜੇ ਆ ਉਹ ਸਰਕਾਰਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਸਾਡੀਆਂ ਧਾਰਮਿਕ ਜਥੇਬੰਦੀਆਂ, ਇਹ ਠੀਕ ਹੈ ਵੀ ਬਹੁਤ ਸਾਰੇ ਵੀਰਾਂ ਨੇ ਉਹਦਾ ਵਿਰੋਧ ਵੀ ਕੀਤਾ ਔਰ ਉਹਦੇ ਤੇ ਪਰਚਾ ਹੋਣ ਦੀ ਗੱਲ ਵੀ ਹੋਈ, ਪਰ ਹੋ ਜਾਏਗਾ, ਇੱਕ ਪਰਚਾ ਹੋ ਜਾਏਗਾ, ਫਿਰ ਉਹ ਬਾਹਰ ਆ ਜਾਏਗਾ, ਫਿਰ ਬਕਵਾਸ ਕਰ, ਪਹਿਲੀ ਵਾਰ ਥੋੜੀ ਕੀਤਾ ਉਹਨੇ। ਸੋ ਖੈਰ, ਇਸ ਬੰਨੇ ਵੀ ਸਾਨੂੰ ਸੁਹਿਰਦ ਸਾਡੇ ਵੀਰ ਭਰਾ ਜਿਹੜੇ ਆ, ਸਾਡੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਵੀ ਆ, ਜਾਂ ਜਿਹੜੇ ਸਾਡੇ ਪ੍ਰਚਾਰਕ ਫੀਲਡ ਦੇ ਵੀਰ ਵੀ ਆ, ਇਹਨਾਂ ਸਾਰੇ ਬੰਦਿਆਂ ਨੂੰ ਵੀ ਇਹ ਬੰਦੇ ਪੰਜਾਬ ਨੂੰ ਲਾਂਬੂ ਲਾਉਣ ਵਾਸਤੇ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਆ ਕਿਉਂ ਵਰਤਦੇ ਆ, ਇਹਦੇ ਪਿਛੋਕੜ ਵਿੱਚ ਕੌਣ ਕੰਮ ਕਰਦਾ। ਸੋ ਖੈਰ,
ਮੈਂ ਗੱਲ ਕਰਦਾ ਸੀ ਭਾਈ ਮਨੀ ਸਿੰਘ ਨੂੰ ਜਿਹੜੀ ਆ ਉਹ ਪੰਜਾਬ ਦੀ ਸਾਰੀ ਕਮਾਂਡ ਸੰਭਾਲ ਕੇ ਸੱਚੇ ਪਾਤਸ਼ਾਹ ਜੀ ਜਿਹੜੇ ਆ ਕਲਗੀਆਂ ਵਾਲੇ ਮੇਰੇ ਦਾਤਾਰ ਉਸ ਵੇਲੇ ਜਿਹੜਾ ਮਤਲਬ ਇੱਦਾਂ ਕਹਿ ਲਓ ਵੀ ਦੱਖਣ ਵਾਲੇ ਬੰਨੇ ਨੂੰ ਜਾਂਦੇ ਆ, ਇਹ ਤਿਆਰੀ ਕਰਦੇ ਆ। ਬੰਦਾ ਸਿੰਘ ਬਹਾਦਰ ਜੀ ਉੱਥੋਂ ਆਉਂਦੇ ਆ ਤੇ ਉਸ ਵੇਲੇ ਅਸੀਂ ਸਰਹੰਦ ਫਤਿਹ ਦਿਵਸ ਜਾਂ ਸਰਹੰਦ ਫਤਿਹ ਦੀ ਗੱਲ ਕਰਦੇ ਆ। ਬਹੁਤ ਸਾਰੇ ਇਲਾਕੇ ਜਿਹੜੇ ਆ ਸਿੱਖਾਂ ਨੇ ਜਿੱਤੇ ਤੇ ਸਿੱਖਾਂ ਦਾ ਬਹੁਤ ਵੱਡਾ ਹਿੱਸਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਇੱਥੋਂ ਵੀ ਸ਼ਾਮਲ ਹੋਇਆ। ਰਸਤੇ 'ਚ ਆਉਂਦਿਆਂ ਵੀ ਬਹੁਤ ਵੱਡਾ ਕਾਫਲਾ ਜਿਹੜਾ ਜਦੋਂ ਅਸੀਂ ਇਤਿਹਾਸ ਵਿੱਚ ਪੜ੍ਹਦੇ ਹਾਂ ਵੀ ਮਾਂ ਨੇ ਕਿਹਾ ਵੀ ਕੋਈ ਗੱਲ ਨਹੀਂ, ਮੇਰੇ ਸਿਰ ਦਾ ਸੁਹਾਗ ਰਵੇ ਨਾ ਰਵੇ, ਮੇਰਾ ਪੁੱਤ ਰਵੇ ਨਾ ਰਵੇ, ਮੇਰੀ ਕੁੱਲ ਰਵੇ ਨਾ ਰਵੇ, ਤੂੰ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਭਰਤੀ ਹੋ ਕੇ ਨੀਹਾਂ ਵਿੱਚ ਚਿਣੇ ਹੋਏ ਉਹਨਾਂ ਬੱਚਿਆਂ ਦੀ ਤੋਤਲੀ ਜ਼ੁਬਾਨ ਦਾ ਵਾਸਤਾ ਜਿਹੜਾ ਪਾਇਆ ਸੀ ਵੀ ਸਾਨੂੰ ਨੀਹਾਂ 'ਚ ਚਿਣ ਦੇਗਾ। ਬੇਸ਼ੱਕ ਸਾਨੂੰ ਨੀਹਾਂ ਚਿਣ ਕੇ ਤੂੰ ਖਤਮ ਕਰ ਦੇ, ਪਰ ਯਾਦ ਰੱਖੀ ਇਹਨਾਂ ਨੀਹਾਂ 'ਚੋਂ ਉਹ ਆਵਾਜ਼ ਉੱਠਣੀ ਹੈ ਜਿਹੜੀ ਤੂਫਾਨ ਬਣ ਕੇ ਤੇਰੇ ਤਖਤ ਦੇ ਸਾਹਮਣੇ ਖੜ ਜਾਣੀ ਹੈ। ਤੇਰਾ ਸਿੰਘਾਸਣ ਹਿਲਾ ਕੇ ਰੱਖ ਦੇਣਾ ਉਹਨਾਂ ਨੇ। ਔਰ ਜਿਸ ਸਿੰਘਾਸਣ ਤੇ ਬਹਿ ਕੇ ਤੂੰ ਇਹ ਐਲਾਨ ਕਰਦਾ ਨਾ ਵੀ ਇਹਨਾਂ ਨੂੰ ਨੀਹਾਂ 'ਚ ਚਿਣ ਦੋ, ਇਹਨਾਂ ਨੀਹਾਂ 'ਚ ਚਿਣੇ ਬੱਚਿਆਂ ਨੇ ਇੱਕ ਦਿਨ ਇਹ ਤੇਰਾ ਸਿੰਘਾਸਣ ਉਖਾੜ ਕੇ ਸੁੱਟਣਾ ਹੈ। ਇਹ ਪੰਜਾਬ ਦੇ ਬੱਚੇ ਦੇ ਅੰਦਰ, ਪੰਜਾਬ ਦੇ ਹਰ ਅੱਜ ਵਰਗਾ ਸਾਧਨ ਥੋੜੀ ਸੀ ਵੀ ਸਰਹੰਦ ਦੀ ਇਹ ਗੱਲ ਲੋਕਾਂ ਦੇ ਘਰਾਂ ਤੱਕ ਪਹੁੰਚ ਗਈ ਹੋਣੀ ਹੈ। ਬੰਦਾ ਸਿੰਘ ਦੇ ਬਹਾਦਰ ਦੇ ਕਾਫਲੇ 'ਚੋਂ ਇਹ ਗੱਲ ਮਿਲਦੀ ਹੈ। ਭਾਈ ਮਨੀ ਸਿੰਘ ਜਦੋਂ ਪੋਥੀਆਂ ਲਿਖ ਕੇ ਲੋਕਾਂ ਦੇ ਘਰ ਵਿੱਚ ਪਹੁੰਚਾਉਂਦੇ ਆ, ਬਾਣੀ ਦਾ ਸਿਧਾਂਤ ਦੱਸਦੇ ਆ, ਬਾਣੀ ਦੀ ਗੱਲ ਦੱਸਦੇ ਆ, ਲੋਕਾਂ ਨੂੰ ਇਹਨਾਂ ਦੇ ਕੀਤੇ ਕਾਰਨਾਮਿਆਂ ਤੋਂ ਜਾਣੂ ਕਰਾਉਂਦੇ ਆ, ਫਿਰ ਇਹ ਬੰਦੇ ਸਰਕਾਰ ਦੀ ਨਿਗਾਹ ਵਿੱਚ ਰੜਕਦੇ ਆ। ਫਿਰ ਤਾਂ ਕਰਕੇ ਜਿਹੜੇ ਵਕਤ ਦੇ ਹਕੂਮਤ ਦੇ ਬੰਦੇ ਆ ਉਹ ਸਾਰੇ ਦੇ ਸਾਰੇ ਇਹਨਾਂ ਦੇ ਨਾਲ ਜਿਹੜਾ ਆ ਉਹ ਖਾਰ ਖਾਂਦੇ ਆ। ਖੈਰ, ਇਹਦੇ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੇ ਇਸ ਕਾਫਲੇ ਵਿੱਚ ਜਿਹੜਾ ਰੋਲ ਭਾਈ ਮਨੀ ਸਿੰਘ ਦਾ ਹੈ ਉਹਨੂੰ ਤੁਸੀਂ ਵੇਖੋ, ਉਹਨੂੰ ਉਸ ਨਜ਼ਰੀਏ ਨਾਲ ਕਿਤੇ ਉਸ ਪੱਖ ਤੋਂ ਉਹਨੂੰ ਵੇਖਣ ਦੀ ਕੋਸ਼ਿਸ਼ ਜੇ ਤੁਸੀਂ ਕਰੋ ਤੇ ਤੁਹਾਡੇ ਸਾਹਮਣੇ ਬਹੁਤ ਪੱਖ, ਕਿਉਂਕਿ ਬਹੁਤਾ ਡਿਟੇਲ 'ਚ ਜਾਣਦਾ ਮੈਂ ਕੁਝ ਨੁਕਤੇ ਤੁਹਾਡੇ ਨਾਲ ਸਾਂਝੇ ਕਰਨੇ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਤੁਹਾਨੂੰ ਨੋਰਮਲ ਸਮਝ ਆ ਸਕਦੀਆਂ ਹੈ। ਜਿਹੜੀ ਇਹ ਗੱਲ ਜ਼ਰੂਰ ਧਿਆਨ ਨਾਲ ਸਮਝੋ ਵੀ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਪੰਜਾਬ 'ਚੋਂ ਜਿਹੜਾ ਵੱਡਾ ਕਾਫਲਾ ਤੁਰਿਆ ਆ ਨਾ, ਇਹ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਵਰਗਿਆਂ ਦੀ ਉਸ ਘਾਲ ਕਮਾਈ ਵਿੱਚੋਂ ਜਿਹੜੀ ਉਹਨਾਂ ਨੇ ਪੋਥੀਆਂ ਦੇ ਰਾਹੀਂ, ਬਾਣੀ ਦੇ ਰਾਹੀਂ ਲੋਕਾਂ ਦੇ ਅੰਦਰ ਇੱਕ ਜਾਗਰਤੀ, ਇੱਕ ਉਸ ਲੜਾਈ ਨੂੰ ਲੜਨ ਦਾ, ਉਹਨੂੰ ਜਿੱਤਣ ਦਾ ਜਜ਼ਬਾ ਪੈਦਾ ਕੀਤਾ ਆ। ਇਹਦੀ ਪਿਛੋਕੜ 'ਚ ਭਾਈ ਮਨੀ ਸਿੰਘ ਵਰਗੇ ਮਹਾਨ ਨਾਇਕ ਬੈਠੇ ਆ। ਹੁਣ ਹੋਰ ਅਸੀਂ ਇਹਦੇ ਤੋਂ ਜਦੋਂ ਅੱਗੇ ਜਾਂਦੇ ਹਾਂ, ਅਸੀਂ ਇਤਿਹਾਸ ਦੇ ਪੰਨਿਆਂ ਨੂੰ ਵਾਚਦੇ ਆ। ਮਨੀ ਸਿੰਘ ਜੀ ਦਰਬਾਰ ਸਾਹਿਬ ਦੇ ਜਿਹੜੇ ਆ ਗ੍ਰੰਥੀ ਲੱਗਦੇ ਆ। ਹੁਣ ਗ੍ਰੰਥੀ, ਮੈਂ ਪਿਛਲੇ ਦਿਨੀ ਵੀ ਕਿਹਾ ਸੀ ਵੀ ਗ੍ਰੰਥੀ ਦਾ ਮਤਲਬ ਉਹ ਨਹੀਂ ਹੁੰਦਾ ਜਿਹੜਾ ਮਹਾਰਾਜ ਦਾ ਪ੍ਰਕਾਸ਼ ਕਰਦੇ ਹੁਕਮਨਾਮਾ ਲਵੇ ਤੇ ਚੌਰ ਕਰ ਲੈ। ਗ੍ਰੰਥੀ ਦਾ ਮਤਲਬ ਹੁੰਦਾ ਜਿਹੜਾ ਗ੍ਰੰਥ ਦੀ ਜਾਣਕਾਰੀ ਰੱਖਦਾ ਹੋਵੇ। ਜਿਵੇਂ ਵੇਦਾਂਤੀ ਸ਼ਬਦ ਜਿਹੜਾ ਵੇਦਾਂ ਦਾ ਗਿਆਤਾ ਹੋਵੇ, ਤੇ ਗ੍ਰੰਥੀ ਮਤਲਬ ਜਿਹੜਾ ਗ੍ਰੰਥ ਦੀ ਜਾਣਕਾਰੀ ਰੱਖਦਾ ਹੋਵੇ। ਹੁਣ ਭਾਈ ਮਨੀ ਸਿੰਘ ਕਿਉਂਕਿ ਬਾਣੀ ਦੀ ਪੋਥੀ ਉਹ ਆਪ ਲਿਖਦੇ ਆ, ਆਪ ਗੁਰੂ ਸਾਹਿਬ ਜੀ ਉਹਨਾਂ ਤੋਂ ਲਿਖਵਾਉਂਦੇ ਰਹੇ ਆ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਾਣੀ ਆਪ ਭਾਈ ਮਨੀ ਸਿੰਘ ਜੀ ਤੋਂ, ਜਦੋਂ ਅਸੀਂ ਇਤਿਹਾਸ 'ਚ ਪੜ੍ਹਦੇ ਹਾਂ ਵੀ ਗੁਰੂ ਅਰਜਨ ਸਾਹਿਬ ਜੀ ਜਿਵੇਂ ਬਾਣੀ ਲਿਖਵਾਉਂਦੇ ਆ ਤੇ ਉਹ ਭਾਈ ਗੁਰਦਾਸ ਜੀ ਤੋਂ ਲਿਖਵਾਉਂਦੇ ਆ। ਗੁਰੂ ਕਲਗੀਧਰ ਪਾਤਸ਼ਾਹ ਜਿਹੜਾ ਸਰੂਪ ਸਾਡੇ ਕੋਲ ਹੁਣ ਗੁਰੂ ਗ੍ਰੰਥ ਸਾਹਿਬ ਦਾ ਹੈ, ਇਹਦੀ ਸੰਪਾਦਨਾ ਜਦੋਂ ਕਰਾਉਂਦੇ ਆ ਤੇ ਇਹਦੇ 'ਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਅੰਕਿਤ ਕਰਦੇ ਆ ਤੇ ਉਸ ਵੇਲੇ ਦਾਤਾਰ ਸੱਚੇ ਪਾਤਸ਼ਾਹ ਜੀ ਜਿਹੜੇ ਆ ਉਹ ਭਾਈ ਮਨੀ ਸਿੰਘ ਤੋਂ ਇਹ ਸੇਵਾ ਲੈਂਦੇ ਆ ਜਾਂ ਮਨੀ ਸਿੰਘ ਦੀ ਇਹ ਜ਼ਿੰਮੇਵਾਰੀ ਲਾਉਂਦੇ ਆ। ਭਾਈ ਮਨੀ ਸਿੰਘ ਜੀ ਦਰਬਾਰ ਸਾਹਿਬ ਦੇ, ਸਾਡਾ ਦਰਬਾਰ ਸਾਹਿਬ ਕੇਂਦਰੀ ਸਥਾਨ, ਉੱਥੇ ਉਹ ਗ੍ਰੰਥੀ ਲੱਗਦੇ ਆ। ਗ੍ਰੰਥੀ ਲੱਗਦੇ ਆ ਔਰ ਸ਼ੁਰੂ ਤੋਂ ਹੀ ਤੁਸੀਂ ਧਿਆਨ 'ਚ ਰੱਖੋਗੇ, ਜਦੋਂ ਤੁਸੀਂ ਇਤਿਹਾਸ ਅਬਦਾਲੀ ਦੇ ਵੇਲੇ ਦਾ ਪੜ੍ਹ ਲਓਗੇ, ਮੱਸੇ ਰੰਗੜ ਦੇ ਵੇਲੇ ਦਾ ਪੜ੍ਹ ਲਓਗੇ, ਭਾਵੇਂ ਤੁਸੀਂ ਇੰਦਰਾ ਦੇ ਵੇਲੇ ਦਾ ਪੜ੍ਹੋਗੇ, ਤਾਂ ਜਿਹੜਾ ਸਾਡਾ ਕੇਂਦਰੀ ਸਥਾਨ ਹੈ ਜਾਂ ਜਿਹੜਾ ਸਾਡਾ ਧਾਰਮਿਕ ਉਹ ਥਾਂ ਆ ਜਿੱਥੋਂ ਉਹ ਇਨਕਲਾਬੀ ਵਿਚਾਰਧਾਰਾ ਪੈਦਾ ਹੁੰਦੀ ਹੈ, ਜਿੱਥੇ ਜਾਤ ਪਾਤ ਵਰਨ ਵੰਡ ਮੁੱਕਦੀ ਹੈ, ਜਿੱਥੇ ਗਰੀਬੀ ਅਮੀਰੀ ਦਾ ਪਾੜਾ ਮੁਕਾਇਆ ਜਾਂਦਾ ਹੈ, ਜਿੱਥੇ ਸਾਰੇ ਬੰਦੇ ਇੱਕ ਥਾਂ ਤੇ ਆਣ ਕੇ ਬੈਠਦੇ ਆ, ਉਹ ਔਰ ਉੱਥੋਂ ਦੀ ਆਵਾਜ਼ ਨੂੰ ਇੱਦਾਂ ਕਹਿ ਲਓ ਵੀ ਕਿਸੇ ਇਲਹਾਮ ਤੋਂ ਘੱਟ ਨਹੀਂ ਮੰਨਿਆ ਜਾਂਦਾ। ਇਹ ਗੱਲ ਵੱਖਰੀ ਹੈ ਵੀ ਅੱਜ ਉਸ ਜਗ੍ਹਾ ਤੇ ਬਹਿ ਕੇ ਬੰਦਿਆਂ ਨੇ ਉਹ ਸਾਰੇ ਸਿਸਟਮ ਨੂੰ ਜਾਂ ਸਾਰੀ ਉਹ ਕਹਾਣੀ ਜਿਹੜੀ ਹੈ ਉਹ ਡਾਈਵਰਟ ਕਰਤੀ, ਉਹਨੂੰ ਬਦਲ ਕੇ ਰੱਖਤਾ, ਉਹਨੂੰ ਕਿਸੇ ਹੋਰ ਦਿਸ਼ਾ ਵਿੱਚ ਲੈ ਗਏ। ਉਹ ਇੱਕ ਅਲੱਗ ਟੌਪਿਕ ਹੈ ਵੀ ਅੱਜ ਉਹਨਾਂ ਬੰਦਿਆਂ ਦੇ ਪਿਛੋਕੜ ਵਿੱਚ ਮਜਬੂਰੀਆਂ ਨੇ ਜਾਂ ਉਹਨਾਂ ਨੂੰ ਕਿਸੇ ਬੰਦੇ ਨੇ ਵਰਗਲਾ ਲਿਆ ਜਾਂ ਉਹਨਾਂ ਦੇ ਹਿਸਾਬ ਨਾਲ ਚੱਲਦੇ, ਉਹ ਇੱਕ ਅਲੱਗ ਬਾਤ ਹੈ। ਪਰ ਜਦੋਂ ਭਾਈ ਮਨੀ ਸਿੰਘ ਜੀ ਇਸ ਜਗ੍ਹਾ ਤੇ, ਤਾਂ ਇਦਾਂ ਵੇਖ ਲਓ ਵੀ ਜਦੋਂ ਜਿਵੇਂ
ਅੱਜ ਦੀਆਂ ਸਰਕਾਰਾਂ ਦਾ ਜਾਂ ਅੱਜ ਦੇ ਲੋਕਾਂ ਦਾ ਧਿਆਨ ਹੁੰਦਾ ਆ ਵੀ ਲੋਕਾਂ ਦੇ ਦਿਮਾਗ ਵਿੱਚੋਂ ਇਤਿਹਾਸ, ਲੋਕਾਂ ਦੇ ਦਿਮਾਗ ਵਿੱਚੋਂ ਇਹਨਾਂ ਦੇ ਜਿਹੜੇ ਸੱਚੀ ਮੁੱਚੀ ਇਹ ਸਥਾਨ ਨੇ, ਕਿਉਂਕਿ ਭਾਵੇਂ ਉਹ ਕਾਰ ਸੇਵਾ ਵਾਲੇ ਬਾਬੇ ਹੋਣ, ਵੀ ਸਰਹੰਦ ਦੀਆਂ ਉਹ ਇੱਟਾਂ ਸਾਨੂੰ ਅੱਜ ਵੇਖਣ ਨੂੰ ਮਿਲਦੀਆਂ। ਜਦੋਂ ਕੋਈ ਬੱਚਾ ਜਾਂਦਾ ਤੇ ਸ਼ਾਇਦ ਉਹਨਾਂ ਇੱਟਾਂ ਵੱਲ ਵੇਖ ਕੇ ਸਰਹੰਦ ਦੀਆਂ ਉਹ ਨੀਹਾਂ ਦਿਸਦੀਆਂ ਹੁੰਦੀਆਂ, ਉਸ ਤਰ੍ਹਾਂ ਦਾ। ਤੇ ਜਿਹੜਾ ਵਾਸਤਾ ਉਸ ਵੇਲੇ ਭਾਈ ਮਨੀ ਸਿੰਘ ਜੀ ਪਾਉਂਦੇ ਸੀ, ਸਾਡੇ ਵਾਸਤੇ ਉਹ ਵਾਸਤਾ ਪਾਉਣਾ ਸੌਖਾ ਸੀ, ਤਾਂ ਕਿ ਸਾਡੇ ਬੱਚਿਆਂ ਨੂੰ ਇਤਿਹਾਸ ਤੇ ਆਪਣੇ ਵਿਰਸੇ ਤੋਂ ਜਾਣੂ ਹੋਣਾ ਸੌਖਾ ਹੁੰਦਾ। ਸੋ ਖੈਰ, ਉਹ ਬਾਹਰੀ ਤੌਰ ਤੇ ਵੀ ਉਹ ਕੁਝ ਚਲਾਕ ਕਿਸਮ ਦੇ ਬੰਦੇ ਵੀ ਸਾਡੇ ਦਿਮਾਗ ਵਿੱਚੋਂ ਇਹ ਗੱਲਾਂ ਕੱਢਣੀਆਂ ਚਾਹੁੰਦੇ ਆ ਵੀ ਇਹ ਇਤਿਹਾਸ ਦੇ ਪੰਨੇ ਜਿਹੜੇ ਆ ਹੌਲੀ ਹੌਲੀ ਇਹਨਾਂ ਦੇ ਦਿਮਾਗ ਵਿੱਚੋਂ ਕੱਢ ਦਿੱਤੇ ਜਾਣ, ਔਰ ਇਸ ਤਰ੍ਹਾਂ ਦੀ ਜਿਹੜੀ ਪਲੈਨਿੰਗ ਹੈ ਜਾਂ ਇਸ ਤਰ੍ਹਾਂ ਦੀ ਜਿਹੜੀ ਰੂਪ ਰੇਖਾ ਆ ਉਹਨੂੰ ਸਿਰਜਦੇ ਆ, ਉਸ ਤਰ੍ਹਾਂ ਦਾ ਮਾਹੌਲ ਉਹ ਸਾਰੇ ਜਿਹੜੇ ਆ ਉਹ ਬਣਾਉਂਦੇ ਆ। ਤਾਂ ਭਾਈ ਮਨੀ ਸਿੰਘ ਜੀ ਇੱਥੇ ਜਦੋਂ ਗ੍ਰੰਥੀ ਲੱਗਦੇ ਆ ਤੇ ਖਾਨ ਬਹਾਦਰ ਜ਼ਕਰੀਆ ਖਾਨ ਉਸ ਵੇਲੇ ਹਰਕਤ ਵਿੱਚ ਆਉਂਦਾ ਆ, ਤੇ ਉਸ ਵੇਲੇ ਉਹ ਸੋਚਦੇ ਆ ਵੀ ਕੀ ਕਾਰਨ ਹੈ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਲਏ, ਸਿੱਖਾਂ ਦੇ ਘਰ ਘਾਟ ਉਜਾੜ ਦਿੱਤੇ, ਇਹਨਾਂ ਦੇ ਤਨ ਤੇ ਪਾਉਣ ਲਈ ਚੰਗਾ ਕੱਪੜਾ ਨਹੀਂ। ਉਹ ਵੇਲੇ ਸਨ ਜਦੋਂ ਸਿੱਖ ਛੋਲਿਆਂ ਦੀ ਮੁੱਠ ਨੂੰ ਬਦਾਮ ਕਿਹਾ ਕਰਦੇ ਸਨ। ਉਹ ਵੇਲਾ ਸੀ ਜਦੋਂ ਸਿੱਖ ਜਿਹੜੇ ਆ ਉਹ ਸਾਰਾ ਦਿਨ ਜਦੋਂ ਰੋਟੀ ਨਹੀਂ ਮਿਲਦੀ ਤੇ ਉਹਨੂੰ ਕੜਾਕਾ ਕੱਟਣਾ ਕਹਿੰਦੇ ਸੀ। ਵੀ ਕਿੱਡੇ ਪਿਆਰੇ ਸ਼ਬਦ ਸਨ ਸਾਡੇ, ਜੋ ਤੁਸੀਂ ਇਹ ਬੋਲੇ ਵੇਖੋਗੇ ਵੀ ਉਹ ਇਹ ਨਹੀਂ ਸੀ ਕਹਿੰਦੇ ਭੁੱਖੇ ਮਰ ਰਹੇ ਹੋ, ਕਹਿੰਦੇ ਸਿੱਖ ਕੜਾਕੇ ਕੱਟ ਰਿਹਾ ਹੈ। ਮਤਲਬ ਉਹਨੂੰ ਵੀ ਚੜ੍ਹਦੀ ਕਲਾ ਦਾ ਪ੍ਰਤੀਕ ਜਿਹੜਾ ਆ ਸਾਡੇ ਬਜ਼ੁਰਗਾਂ ਨੇ, ਕਿਉਂਕਿ ਸ਼ਬਦ ਤੁਹਾਨੂੰ ਜਿਹੜੇ ਸ਼ਬਦ ਹੁੰਦੇ ਨੇ ਨਾ, ਉਹ ਅਸਲ 'ਚ ਤੁਹਾਡੇ ਅੰਦਰ ਹਿੰਮਤ, ਤੁਹਾਡੇ ਅੰਦਰ ਜਿਹੜੀ ਆ ਉਹ ਤਾਕਤ ਪੈਦਾ ਕਰਦੇ। ਜਿਹੜੇ ਬੰਦੇ ਸ਼ਬਦਾਂ ਤੋਂ ਕਮਜ਼ੋਰ ਹੁੰਦੇ ਆ ਉਹ ਮਾਨਸਿਕ ਤੌਰ ਤੇ ਵੀ ਹੌਲੀ ਹੌਲੀ ਕਮਜ਼ੋਰ ਹੋ ਜਾਂਦੇ ਆ। ਉਸ ਤਰ੍ਹਾਂ ਦੀ ਜਿਹੜੀ ਚੜ੍ਹਦੀ ਕਲਾ ਆ ਉਹਨਾਂ ਦੇ ਜੀਵਨ ਵਿੱਚ ਨਜ਼ਰੀ ਨਹੀਂ ਪੈਂਦੀ। ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦਾ ਪਿਆਰਾ ਸਿੱਖ ਜਿਹੜਾ ਆ ਉਹ ਇਸ ਵੇਲੇ ਇਸ ਤਰ੍ਹਾਂ ਦੀ ਜਿਹੜੀ ਜ਼ਿੰਦਗੀ ਜੀ ਰਿਹਾ ਔਰ ਆਪਣੀ ਸੇਵਾ ਨਿਭਾ ਰਿਹਾ। ਔਰ ਉਸ ਵੇਲੇ ਖਾਨ ਬਹਾਦਰ ਜ਼ਕਰੀਆ ਖਾਨ ਇਸ ਗੱਲੋਂ ਬਹੁਤ ਚਿੰਤਤ ਹੈ। ਔਰ ਉਸ ਵੇਲੇ ਇੱਕ ਸਭਾ ਹੁੰਦੀ ਹੈ ਲਾਹੌਰ ਦੀ ਧਰਤੀ ਤੇ ਜਿਹੜਾ ਅੰਮ੍ਰਿਤਸਰ ਹੈ ਤੇ ਲਾਹੌਰ ਹੈ, ਇਹਦਾ ਕੋਈ ਬਹੁਤਾ ਫਾਸਲਾ ਨਹੀਂ ਹੈ। ਇਹ ਠੀਕ ਹੈ ਵੀ ਸਰਹੰਦ ਕਰਕੇ ਫਾਸਲੇ ਜਿਹੜੇ ਆ ਅੱਜ ਹੱਦਾਂ ਸਰਹੱਦਾਂ ਕਰਕੇ ਫਾਸਲੇ ਜਿਹੜੇ ਆ ਉਹ ਵੱਧ ਗਏ, ਪਰ ਇਹ ਬਹੁਤਾ ਲੰਮਾ ਫਾਸਲਾ ਨਹੀਂ ਸੀ। ਤੇ ਇਸ ਜਗ੍ਹਾ ਤੇ ਇੱਕ ਜਿਹੜੇ ਆ ਉਹ ਹਾਕਮ ਧਿਰ, ਜਿਹੜੀ ਇੱਕ ਤਾਕਤਵਰ ਧਿਰ ਹੈ, ਉਹ ਇਸ ਲਈ ਸਿਰ ਫੜ ਕੇ ਬੈਠੀ ਹੈ ਵੀ ਕਿਵੇਂ ਮੁਕਾਇਆ ਜਾਏ ਸਿੱਖਾਂ ਨੂੰ। ਆਹ ਨੁਕਤਾ ਸਮਝਿਓ ਧਿਆਨ ਨਾਲ। ਜਿਹੜੇ ਭਾਈ ਮਨੀ ਸਿੰਘ ਦੀਆਂ ਗੱਲਾਂ ਕਰਦੇ ਆ ਨਾ ਵੀ ਭਾਈ ਮਨੀ ਸਿੰਘ ਦੀ ਸ਼ਹਾਦਤ ਦਾ ਮਤਲਬ ਕੱਲੀ ਇੱਕ ਗੋਲਕ ਹੈ, ਵੀ ਗੋਲਕ ਬਦਲੇ ਉਹਦੀ ਸ਼ਹਾਦਤ ਹੋ ਗਈ, ਉਹ ਮੂਰਖੋ ਪਤਾ ਹੀ ਨਹੀਂ ਤੁਹਾਨੂੰ, ਤੁਸੀਂ ਜਾਣਦੇ ਹੀ ਨਹੀਂ ਭਾਈ ਮਨੀ ਸਿੰਘ ਬਾਰੇ, ਤੁਸੀਂ ਸੁਣਿਆ ਹੀ ਭਾਈ ਮਨੀ ਸਿੰਘ ਬਾਰੇ ਇੰਨਾ ਕੁ, ਤੁਹਾਨੂੰ ਦੱਸਿਆ ਇੰਨਾ ਕੁ ਗਿਆ, ਤੁਹਾਡੀ ਸਮਝ ਇੰਨੀ ਕੁ ਹੈ, ਤੁਹਾਡੇ ਕੋਲ ਜਾਣਕਾਰੀ ਇੰਨੀ ਕੁ ਹੈ ਭਾਈ ਮਨੀ ਸਿੰਘ ਬਾਰੇ। ਇਹ ਨਹੀਂ ਵੀ ਭਾਈ ਮਨੀ ਸਿੰਘ ਦਾ ਮਤਲਬ ਕੱਲੀ ਤੁਸੀਂ ਸਾਰੇ ਪੱਖ ਨੂੰ ਧਿਆਨ ਨਾਲ ਵੇਖੋ। ਲਾਹੌਰ ਵਿੱਚ ਇੱਕ ਇਕੱਤਰਤਾ ਹੁੰਦੀ ਹੈ ਤੇ ਹਾਕਮ ਧਿਰ ਇਕੱਤਰਤਾ ਕਰਦੀ ਹੈ। ਹਾਕਮ ਧਿਰ ਦਾ ਮਤਲਬ ਹੈ ਵੀ ਇੱਕ ਪੂਰੀ ਜਿਹੜੀ ਤਾਕਤਵਰ ਧਿਰ ਹੈ, ਇੱਕ ਪੂਰੀ ਹਾਕਮ ਧਿਰ ਹੈ, ਸਰਕਾਰ ਹੈ ਜਿਹੜੀ, ਉਹ ਕਹਿੰਦੀ ਹੈ ਵੀ ਸਿੱਖ ਮੁੱਕਦੇ ਕਿਉਂ ਨਹੀਂ। ਅਸੀਂ ਹਰ ਤਰ੍ਹਾਂ ਦਾ ਹੀਲਾ ਕਰਕੇ ਵੇਖ ਲਿਆ ਵੀ ਇਹਨਾਂ ਦਾ ਨਾਮੋ ਨਿਸ਼ਾਨ ਮਿਟਾਉਣਾ ਇੰਨਾ ਔਖਾ ਕਿਉਂ ਹੈ, ਇਹ ਕਿਉਂ ਨਹੀਂ ਖਤਮ ਹੁੰਦੇ। ਤੇ ਉਸ ਵੇਲੇ ਜਦੋਂ ਉੱਥੇ ਇੱਕ ਇਕੱਤਰਤਾ ਹੋ ਰਹੀ ਹੈ, ਉਸ ਇਕੱਤਰਤਾ ਦੇ ਵਿੱਚ ਇੱਕ ਬਜ਼ੁਰਗ ਮੁਸਲਮਾਨ ਵੀਰ ਬੈਠਾ, ਉਹ ਕਹਿੰਦਾ ਵੀ ਤੁਸੀਂ ਇਹ ਦੱਸੋ ਵੀ ਸਿੱਖਾਂ ਨੂੰ ਮੁਕਾਉਣਾ ਕਿਉਂ ਚਾਹੁੰਦੇ ਹੋ। ਆ ਵੇਖਿਓ ਨੁਕਤਾ ਧਿਆਨ ਨਾਲ। ਕਹਿੰਦੇ ਮੁਕਾਉਣਾ ਕਿਉਂ ਚਾਹੁੰਦੇ ਹੋ। ਉਹ ਕਹਿੰਦੇ ਵੀ ਮੁਕਾਉਣਾ ਅਸੀਂ ਤਾਂ ਚਾਹੁੰਦੇ ਆ ਕਿਉਂਕਿ ਲੋਕ ਸਾਡੇ ਨਾਲੋਂ ਵੱਧ ਸਤਿਕਾਰ ਇਹਨਾਂ ਦਾ ਕਰਦੇ ਆ, ਸਾਡੇ ਨਾਲੋਂ ਵੱਧ ਦਿਲਾਂ 'ਚ ਥਾਂ ਲੋਕਾਂ ਦੇ ਇਹਨਾਂ ਬਾਰੇ ਹੈ। ਇੱਦਾਂ ਰਾਜ ਕਾਇਮ ਹੁੰਦੇ ਆ। ਜਿਹੜੇ ਰਾਜ ਕਾਇਮ ਕਰਨ ਦੀ ਗੱਲ ਵੀ ਜਦੋਂ ਅਸੀਂ ਕਰਦੇ ਆ ਨਾ, ਵੀ ਸਾਡੇ ਨਾਲੋਂ ਵੱਧ ਰਿਸਪੈਕਟ ਲੋਕ ਇਹਨਾਂ ਦੀ ਕਰਦੇ ਆ, ਸਾਡੇ ਨਾਲੋਂ ਵੱਧ ਦਿਲਾਂ 'ਚ ਸਤਿਕਾਰ ਲੋਕਾਂ ਦੇ ਇਹਨਾਂ ਦਾ ਆ। ਮੈਂ ਪਿਛਲੇ ਦਿਨੀ ਇੱਕ ਜ਼ਿਕਰ ਕੀਤਾ ਸੀ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦੁਨੀਆ 'ਚ ਵਾਹਿਦ ਇੱਕ ਐਸਾ ਰਾਜ ਸੀ ਜਿਸ ਦੇ ਰਾਜ ਵਿੱਚ ਮੰਦਰ ਵਿੱਚ ਪੂਜਾ ਇਸ ਗੱਲ ਦੀ ਹੁੰਦੀ ਸੀ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਲਾਮਤ ਰਹਿਣਾ ਚਾਹੀਦਾ ਆ, ਤੇ ਮਸਜਿਦ ਦੇ ਵਿੱਚ ਇਬਾਦਤ ਇਸ ਗੱਲ ਦੀ ਹੁੰਦੀ ਸੀ ਵੀ ਭਾਈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਲਾਮਤ ਰਹਿਣਾ। ਇਹ ਕਰਾਮਾਤ ਤੋਂ ਘੱਟ ਹੈ ਕੋਈ ਹੋਰ? ਕਰਾਮਾਤ ਕੀ ਹੁੰਦੀ ਹੈ
ਵੀ ਜਿਹੜਾ ਜਦੋਂ ਅਸੀਂ ਅੱਜ ਤਾਂ ਮਤਲਬ ਜੇ ਤੁਸੀਂ ਇਕੱਲੇ ਸਿੱਖਾਂ ਦੀ ਗੱਲ ਕਰ ਲੋਗੇ ਤੇ ਸਿੱਖਾਂ ਦੇ ਆਪਸੀ ਇੰਨੇ ਰੌਲੇ ਆ ਵੀ ਇੱਕ ਸਿੱਖ ਨੂੰ ਦੂਜੇ ਸਿੱਖ ਦੇ ਲਾਗੇ ਬਹਾ ਦੋ ਤੇ 5 ਮਿੰਟਾਂ 'ਚ ਅਗਲੇ ਦੀ ਦਾੜੀ ਪੁੱਟ ਕੇ ਹੱਥ 'ਚ ਫੜਾ ਦੇ, ਪੱਗ ਲਾ ਕੇ ਉਹ ਮਾਰੇ। ਇਹ ਹੈ ਇੰਨੇ ਜੋਗੇ, ਗਾਲਾਂ ਤੱਕ ਤੇ ਇੰਨੇ ਬੰਦੇ ਵੀ ਮਤਲਬ ਸਟੇਜਾਂ ਤੋਂ ਵੀ ਐਂ ਬੰਦਾ ਵੰਗਾਰ ਕੇ ਨਾ, ਜਿੰਨੀ ਕੁ ਜਿਹਦੇ ਕੋਲ ਹਿੰਮਤ ਹੈ ਵੀ ਅਗਲਾ ਗਲ ਪੈਣ ਤੱਕ ਜਾਂਦਾ ਬੰਦੇ ਦੇ, ਕਿ ਉਹ ਹੈ ਹੀ ਇੰਨੇ ਜੋਗਾ ਆ ਬੰਦਾ ਜਿਹੜਾ ਸਟੇਜ ਤੋਂ ਗਲ ਪੈ ਸਕਦਾ ਉਹ ਸਟੇਜ ਤੋਂ ਪਈ ਜਾਂਦਾ, ਜਿਹੜਾ ਥੱਲਿਓਂ ਪੈ ਸਕਦਾ ਉਹ ਥੱਲਿਓਂ ਗਲ ਪੈਂਦਾ, ਪੱਗਾਂ ਲਾਉਂਦੇ ਮਤਲਬ ਅਸੀਂ ਮਜ਼ਾਕ ਇੱਕ ਦੂਜੇ ਦਾ ਜਿਹੜਾ ਆ ਦੁਨੀਆ ਭਰ ਵਿੱਚ ਬਣਾਉਂਦੇ ਆ। ਤੇ ਇਹਦੇ ਨਾਲ ਇਨਸਾਫ ਨਹੀਂ ਹੋਣਾ। ਜੇ ਬਾਬੇ ਨਾਨਕ ਦੀ ਸੋਚ ਸੱਚੀ ਮੁੱਚੀ ਸਾਡੇ 'ਚ ਕੰਮ ਕਰਦੀ ਹੈ ਤੇ ਆਓ ਉਸ ਬਾਬੇ ਨਾਨਕ ਦੀ ਸੋਚ ਨੂੰ ਪੰਜਾਬ ਵਿੱਚ ਇਕੱਠਿਆਂ ਕਰਕੇ ਤੇ ਪੰਜਾਬ ਲਈ ਸੋਚਣ ਲਾਈਏ ਪੰਜਾਬ ਦੇ ਲੋਕਾਂ ਨੂੰ। ਮੇਰੇ ਲਈ ਨਾ ਸੋਚਣ ਪੰਜਾਬ ਦੇ ਲੋਕ, ਇਹ ਨਾ ਸੋਚੇ ਵੀ ਨਛੱਤਰ ਸਿੰਘ ਲਈ ਮੈਂ ਸੋਚਣਾ ਹੈ, ਜਾਂ ਪੰਜਾਬ ਦੇ ਲੋਕ ਕਿਸੇ ਧਿਰ ਲਈ ਸੋਚਣ। ਪੰਜਾਬ ਦੇ ਲੋਕਾਂ ਨੂੰ ਸੱਚੀ ਮੁੱਚੀ ਕੁਝ ਦੇਣਾ ਚਾਹੁੰਦੇ ਆ ਤੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਲਈ ਸੋਚਣ ਲਈ ਮਜਬੂਰ ਕਰੀਏ। ਬਹੁਤ ਕੁਝ ਹੈ ਪੰਜਾਬ ਦੇ ਲੋਕਾਂ ਨੂੰ। ਪੰਜਾਬ ਵਿੱਚ ਕੋਈ ਪੰਜਾਬੀ ਰਹਿਣਾ ਪਸੰਦ ਨਹੀਂ ਕਰਦਾ, ਇਹ ਤਾਂ ਠੀਕ ਹੈ ਵੀ ਕਿਸੇ ਕੋਲ ਸਮਰੱਥਾ ਨਹੀਂ ਤੇ ਕੋਈ ਬੰਦਾ ਜਾ ਨਹੀਂ ਸਕਦਾ। ਅੱਜ ਇਹ ਚੀਜ਼ ਖਤਮ ਹੋ ਜਾਏ ਵੀ ਬਾਹਰਲੇ ਮੁਲਕਾਂ ਵਾਲੇ ਰਾਹ ਖੋਲ ਦੇਣ, ਸਾਡੇ ਬੰਦੇ ਸਵੇਰੇ ਪੰਜਾਬ ਚੋਂ ਦੌੜ ਜਾਣਗੇ। ਸਾਰੇ ਦੇ ਸਾਰੇ ਵੱਡੇ ਤੋਂ ਵੱਡਾ ਵੀ ਇਹ ਪੰਜਾਬ ਛੱਡਣਾ ਚਾਹੁੰਦਾ ਆ। ਇਹ ਅਹਿਸਾਸ ਪੈਦਾ ਕਰਨ ਦੀ ਲੋਕ ਸੀ ਵੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਬਾਰੇ ਸੋਚਣ ਲਾਓ, ਪੰਜਾਬ ਦੇ ਲੋਕਾਂ ਨੂੰ ਪੰਜਾਬੀਅਤ ਬਾਰੇ ਸੋਚਣ ਲਾਓ, ਪੰਜਾਬ ਦੇ ਲੋਕਾਂ ਨੂੰ ਆਪਣੀ ਵਿਰਾਸਤ ਬਾਰੇ ਸੋਚਣ ਲਾਓ। ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਵੀ ਮੈਂ ਇੰਨੇ ਬੰਦਿਆਂ ਨੂੰ ਇਹ ਸੋਚਣ ਲਾਤਾ ਵੀ ਉਹ ਮੇਰੇ ਬਾਰੇ ਸੋਚਣ। ਉਹ ਨਹੀਂ ਭਾਈ, ਇਹ ਕੋਈ ਬਹੁਤੀ ਵੱਡੀ ਸਿਆਣਪ ਵਾਲੀ ਗੱਲ ਨਹੀਂ ਹੋਣੀ। ਇਸ ਬੰਨਿਓ ਪਤਾ ਨਹੀਂ ਕਦੋਂ ਕਿਤੇ ਸਾਡੇ ਲੋਕ ਜਾਗਰਤ ਹੋਣਗੇ, ਸਮਝਣਗੇ। ਖੈਰ ਵਿੱਚ ਸਾਡੇ ਬਾਰੇ ਸੱਚ ਨਿਕਲਦਾ ਆ, ਵਿਰੋਧੀਆਂ ਦੀ ਸਫਾ ਆ, ਸਾਡੇ ਬਾਰੇ ਉਹ ਬੋਲ ਰਹੇ ਆ, ਕਹਿੰਦੇ ਤਾਂ ਕੱਢਣਾ ਚਾਹੁੰਦੇ ਆ। ਸਾਡੇ ਨਾਲੋਂ ਵੱਧ ਸਤਿਕਾਰ ਲੋਕ ਇਹਨਾਂ ਦਾ ਕਰਦੇ ਆ, ਸਾਡੇ ਨਾਲੋਂ ਵੱਧ ਦਿਲਾਂ 'ਚ ਥਾਂ ਲੋਕਾਂ ਦੇ ਇਹਨਾਂ ਦੀ ਹੈ। ਤੇ ਉਸ ਵੇਲੇ ਫਿਰ ਜਦੋਂ ਉਹ ਕਹਿੰਦੇ ਵੀ ਸਾਡੇ ਨਾਲੋਂ ਵੱਧ ਇਹਨਾਂ ਦੀ ਥਾਂ ਹੈ ਲੋਕਾਂ ਦੇ ਦਿਲਾਂ 'ਚ, ਉਹ ਬਜ਼ੁਰਗ ਕਹਿੰਦਾ ਵੀ ਕਿਉਂ ਹੈ, ਕਿ ਜਦੋਂ ਤੁਹਾਨੂੰ ਇਹ ਪਤਾ ਲੱਗ ਗਿਆ ਵੀ ਲੋਕਾਂ ਦੇ ਦਿਲਾਂ 'ਚ ਸਾਡੇ ਨਾਲੋਂ ਜ਼ਿਆਦਾ ਕਿਉਂ ਹੈ, ਇਹਦੇ ਤੇ ਆਪਾਂ ਚਰਚਾ ਕਰ ਲਈਏ। ਉਹ ਕਹਿੰਦੇ ਵੀ ਤੁਸੀਂ ਦੱਸ ਦਿਓ ਕਿ ਤੁਹਾਨੂੰ ਪਤਾ ਹੋਣਾ। ਕਹਿੰਦੇ ਮੈਂ ਦੱਸਦਾ, ਤੁਸੀਂ ਹੋ ਰਾਜੇ ਪਰ ਇਹ ਨੇ ਦਿਲਾਂ ਤੇ ਰਾਜ ਕਰਨ ਵਾਲੇ, ਤੁਸੀਂ ਹੋ ਬਾਦਸ਼ਾਹ, ਤੁਸੀਂ ਹੋ ਲੋਕਾਂ ਤੇ ਹੁਕਮ ਚਲਾਉਂਦੇ, ਇਹ ਲੋਕਾਂ ਦੇ ਦਿਲਾਂ 'ਚ ਰਹਿੰਦੇ ਨੇ। ਕਿਉਂਕਿ ਇਹਨਾਂ ਨੇ ਪੜ੍ਹਿਆ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਇਹਨਾਂ ਨੇ ਇਹ ਪੜ੍ਹਿਆ ਆ, ਇਸ ਕਰਕੇ ਇਹ ਦਿਲਾਂ ਤੇ ਰਾਜ ਕਰਦੇ ਆ। ਤੁਸੀਂ ਹਕੂਮਤ ਚਲਾਉਂਦੇ ਆ ਕੁਰਸੀ ਤੇ ਬਹਿ ਕੇ, ਇਹ ਹਕੂਮਤ ਚਲਾਉਂਦੇ ਆ ਲੋਕਾਂ ਦੇ ਦਿਲਾਂ ਵਿੱਚ ਬਹਿ ਕੇ। ਜਿਹੜਾ ਕੰਮ ਇਹ ਕਰਦੇ ਤੁਸੀਂ ਕਿਉਂ ਨਹੀਂ, ਤੁਹਾਡੇ ਕਰਨ ਵਾਲੇ ਕੰਮ ਨੇ, ਲੋਕਾਂ ਦੁਖੀਆਂ ਦੇ ਦਰਦਮੰਦਾਂ ਦੀ ਬਾਂਹ ਫੜਨੀ। ਤੁਸੀਂ ਸਰਕਾਰ ਹੈ, ਤੁਹਾਡੀ ਹਾਕਮ ਧਿਰੋਂ ਤੁਹਾਡਾ ਫਰਜ਼ ਬਣਦਾ ਸੀ। ਇਹਨਾਂ ਫੜੀ ਹੈ ਬਾਂਹ ਲੋਕਾਂ ਦੀ, ਜੇ ਬਾਂਹ ਇਹਨਾਂ ਫੜੀ ਹੈ ਤੇ ਲੋਕਾਂ ਨੇ ਦੁਆਵਾਂ ਵੀ ਇਹਨਾਂ ਲਈ ਕਰਨੀਆਂ ਨੇ। ਤੇ ਉਸ ਮਜਲਸ ਦੇ ਵਿੱਚ, ਉਸ ਇਕੱਤਰਤਾ ਦੇ ਵਿੱਚ ਸਾਰੇ ਕਹਿੰਦੇ ਵੀ ਕਿਤੇ ਗੁਰਦੁਆਰਿਓਂ ਕੁਣਕਾ ਛਕ ਆਇਆ ਹੋਣਾ, ਤਾਂ ਘੋੜੀਆਂ ਗਾਉਂਦਾ ਸਿੱਖਾਂ ਦੀਆਂ, ਤਾਂ ਗੀਤ ਉਹਨਾਂ ਦੇ ਗਾਉਂਦਾ ਏ, ਕਿਤੇ ਉਹਨਾਂ ਦੇ ਲੰਗਰ ਚੋਂ ਪ੍ਰਸ਼ਾਦਾ ਛਕ ਆਇਆ ਹੋਣਾ। ਉਹ ਬਜ਼ੁਰਗ ਕਹਿੰਦਾ ਪ੍ਰਸ਼ਾਦਾ ਨਹੀਂ ਛਕ ਆਇਆ, ਹਕੀਕਤ ਇਹ ਹੈ, ਸੱਚ ਇਹ ਹੈ ਵੀ ਉਹ ਬੰਦੇ ਦਿਲਾਂ ਤੇ ਰਾਜ ਕਰਨਾ ਜਾਣਦੇ ਆ। ਤੇ ਇਹ ਸਾਰਾ ਕਿਹਦੀ ਬਦੌਲਤ ਹੈ? ਉਹ ਫਿਰ ਇਕੱਤਰਤਾ 'ਚ ਗੱਲ ਵੀ ਕਿਹਦੀ ਬਦੌਲਤ ਹੈ? ਕਹਿੰਦੇ ਇਹਦੀਆਂ ਜੜ੍ਹਾਂ 'ਚ ਕੰਮ ਕਰਦਾ ਭਾਈ ਮਨੀ ਸਿੰਘ, ਜਿਹੜਾ ਲੋਕਾਂ ਨੂੰ ਬਾਣੀ ਦੇ ਸਿਧਾਂਤ ਨਾਲ ਜੋੜਦਾ ਹੈ। ਆ ਜਿਹੜੇ ਬੰਦੇ ਕਹਿੰਦੇ ਨਾ ਭਾਈ ਮਨੀ ਸਿੰਘ ਦੀ ਸ਼ਹਾਦਤ ਦਾ ਮਤਲਬ ਸਿਰਫ ਕੱਲੀ ਗੋਲਕ ਦਾ ਪੈਸਾ, ਉਹ ਭਾਈ ਕਿਤੇ ਪੜ੍ਹ ਕੇ ਵੇਖਿਓ। ਭਾਈ ਮਨੀ ਸਿੰਘ ਜਦੋਂ ਵਿਰੋਧੀ ਸਫਾ 'ਚ ਸਾਡੀ ਗੱਲ ਹੁੰਦੀ ਤੇ ਉਹ ਕਹਿੰਦੇ ਵੀ ਭਾਈ ਮਨੀ ਸਿੰਘ ਇੱਦਾਂ ਕਹਿ ਲਓ ਵੀ ਤੁਰੀ ਫਿਰਦੀ ਇੱਕ ਸੰਸਥਾ ਆ, ਬਹੁਤ ਔਰ ਉਹਦੇ ਪ੍ਰਭਾਵ ਹੇਠ ਤਾਰਾ ਸਿੰਘ ਵਾਂ ਵਰਗੇ ਬੰਦੇ ਉਹਦੇ ਪ੍ਰਭਾਵ ਹੇਠ ਸਿੱਖੀ ਵਿੱਚ ਆਉਂਦੇ ਨੇ। ਇੱਥੋਂ ਤੱਕ ਇਤਿਹਾਸਕਾਰ ਲਿਖਦੇ ਵੀ ਦਿਨ ਦੇ ਵੇਲੇ ਉਹ ਦਰਬਾਰ ਸਾਹਿਬ ਵਿੱਚ ਹੁੰਦੇ ਤੇ ਰਾਤ ਦੇ ਵੇਲੇ ਮੋਢਿਆਂ ਤੇ ਬਾਟੇ ਮਾਰ ਕੇ ਪਿੰਡਾਂ ਵਿੱਚ ਜਾ ਕੇ ਸਿੱਖੀ ਦੀ ਗੱਲ ਕਰਦੇ, ਅੰਮ੍ਰਿਤ ਸੰਚਾਰ ਕਰਦੇ, ਲੋਕਾਂ ਨੂੰ ਸੱਚ ਤੋਂ ਜਾਣੂ ਕਰਾਉਂਦੇ। ਉਸ ਭਾਈ ਮਨੀ ਸਿੰਘ ਮਹਾਨ ਯੋਧੇ ਦੀ ਸ਼ਹਾਦਤ ਨੂੰ ਸੱਚੀ ਮੁੱਚੀ ਤਾਂ ਹੀ ਜਨਮ ਦਿਨ ਮਨਾਏ ਜਾਂਦੇ ਆ ਨਾ। ਮੇਰਾ ਜਨਮ ਦਿਨ ਮੈਂ ਮਨਾ ਲਾਂ ਕਿੱਡੀ ਕੁ ਵੱਡੀ ਗੱਲ, ਸਵਾਦ ਤਾਂ ਆ ਜਿੱਦਣ ਮੈਂ ਨਾ ਰਵਾਂ ਮੇਰੇ ਜਨਮ ਦਿਨ ਮਨਾਏ ਜਾਣ। ਸਵਾਦ ਫਿਰ ਹੈ, ਫਿਰ ਤੁਸੀਂ ਕੁਝ ਕਰਕੇ ਗਏ ਹੋ। ਜਿਉਂਦੇ ਜੀ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਇਸ ਤਰ੍ਹਾਂ ਇਹਨਾਂ ਮਹਾਨ ਯੋਧਿਆਂ ਨੇ ਕੀਤਾ ਔਰ ਇਸ ਕਰਕੇ ਸ਼ਹਾਦਤ ਦਾ ਮੁੱਢ ਇੱਥੋਂ ਵੱਜਿਆ। ਜਿਹੜੀ ਗੱਲ ਥੋੜ੍ਹੀ ਜਿਹੀ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰ ਲੈਣੀ ਚਾਹੁੰਦਾ, ਸਮਾਂ ਨਹੀਂ ਹੈ ਬਹੁਤਾ ਆਪਾਂ ਡਿਟੇਲ 'ਚ ਜਾਈਏ। ਜਦੋਂ
ਕਹਿੰਦੇ ਵੀ ਤੁਸੀਂ ਜੇ ਸੁੱਖ ਦਾ ਸਾਹ ਲੈਣਾ ਨਾ ਤਾਂ ਸਿੱਖਾਂ ਨੂੰ ਸੁੱਖ ਦਾ ਸਾਹ ਲੈ ਲੈਣ ਦਿਓ, ਫਿਰ ਹੋ ਸਕਦਾ ਵੀ ਤੁਹਾਡੀ ਹਕੂਮਤ ਬਚ ਜਾਏ। ਤੇ ਜੇ ਤੁਸੀਂ ਟਕਰਾਉਣਾ ਚਾਹੁੰਦੇ ਆ ਤੇ ਫਿਰ ਚੇਤਾ ਕਰ ਲਓ, ਇਹਨਾਂ ਦੇ 7-7 ਸਾਲ ਦੇ ਬੱਚਿਆਂ ਨੂੰ ਵੀ ਤੁਹਾਡੇ ਪੁਰਖੇ ਹਰਾਉਣਾ ਚਾਹੁੰਦੇ ਸੀ, ਉਹ ਹਾਰੇ ਨਹੀਂ। ਤੇ ਇਹ ਕਿੱਥੋਂ ਹਾਰਨੇ ਆ ਤੁਹਾਡੇ? ਇਹਨਾਂ ਦੀ ਸੁਰਤ ਵਿੱਚ ਫਤਿਹ ਸਿੰਘ ਬੈਠਾ ਆ, ਇਹਨਾਂ ਦੇ ਜ਼ਿਹਨ ਵਿੱਚ ਬਾਬਾ ਫਤਿਹ ਸਿੰਘ ਬੈਠਾ ਆ, ਇਹਨਾਂ ਦੇ ਜ਼ਿਹਨ ਵਿੱਚ ਬਾਬਾ ਅਜੀਤ ਸਿੰਘ ਬੈਠਾ। ਤੇ ਜਿਹਦੀ ਜ਼ਿਹਨ ਵਿੱਚ 7 ਸਾਲ ਦਾ ਬੱਚਾ ਹੱਸਦਾ ਹੱਸਦਾ ਨੀਹਾਂ 'ਚ ਸ਼ਹਾਦਤ ਦਾ ਜਾਮ ਪੀ ਜਾਂਦਾ ਆ, ਉਹਨਾਂ ਦੇ ਬੰਦਿਆਂ ਨੂੰ ਬਦਲ ਲੋਗੇ ਤੁਸੀਂ ਉਹਨਾਂ ਦੇ ਈਮਾਨ ਖਰੀਦ ਲਓਗੇ ਕਿਤੇ, ਤੁਹਾਡੇ ਤੋਂ ਈਮਾਨ ਨਹੀਂ ਖਰੀਦੇ ਜਾਣੇ। ਬਾਦਸ਼ਾਹ ਸਲਾਮਤ, ਜੇ ਸੁੱਖ ਦੇ ਸਾਹ ਲੈਣੇ ਆ ਇਹਨਾਂ ਨੂੰ ਸੁੱਖ ਦੇ ਸਾਹ ਲੈਣ ਦਿਓ। ਜਿੰਨਾ ਇਹਨਾਂ ਨੂੰ ਤੰਗ ਕਰੋਗੇ ਉਹਦੇ ਨਾਲੋਂ ਤੰਗ ਨਹੀਂ ਹੋਣੇ। ਤੁਹਾਡੀਆਂ ਪੀੜ੍ਹੀਆਂ ਗਲ ਗਈਆਂ ਇਹਨਾਂ ਦੇ ਚਿਹਰਿਆਂ ਤੋਂ, ਮੁਸਕਰਾਹਟ ਖੋਹਦੀਆਂ, ਇਹਨਾਂ ਦੇ ਚਿਹਰਿਆਂ ਦੇ ਹਾਸੇ ਖੋਏ ਨਹੀਂ ਗਏ। ਇਹਨਾਂ ਦੇ ਚਿਹਰਿਆਂ ਦੇ ਹਾਸੇ ਖੋ ਨਹੀਂ ਸਕਦੇ। ਹਾਂ, ਇਹ ਹੋ ਸਕਦਾ ਇਹਨਾਂ ਨੂੰ ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀਣ ਦਿਓ ਤੇ ਤੁਹਾਡੇ ਚਿਹਰਿਆਂ ਤੇ ਹਾਸੇ ਆ ਜਾਣਗੇ। ਨਾ ਇਹਨਾਂ ਦੇ ਜਾਣੇ ਆ ਤੇ ਨਾ ਤੁਹਾਡੇ ਆਉਣੇ ਆ ਚਿਹਰਿਆਂ ਤੇ ਹਾਸੇ, ਕਿਉਂਕਿ ਇਹ ਆਉਣ ਵੀ ਨਹੀਂ ਨਾ ਦਿੰਦੇ। ਹੁਣ ਛੋਲਿਆਂ ਦੀ ਮੁੱਠ ਖਾਣ ਵਾਲਾ ਬੰਦਾ ਕਵੇ ਅਸੀਂ ਬਾਦਸ਼ਾਹ ਆ, ਤੇ ਜਿਹੜਾ ਬਾਦਸ਼ਾਹ ਸਲਾਮਤ ਉਹਨੂੰ ਨੀਂਦ ਆਉਂਦੀ ਹੈ ਕਿਤੇ? ਹੁਣ ਮੰਨ ਲਓ ਵੀ ਇੱਕ ਬੰਦਾ ਸਿੰਘਾਸਣ ਤੇ ਬੈਠਾ ਹੋਵੇ, ਇੱਕ ਬੰਦੇ ਦੇ ਗਲਾਂ 'ਚ ਪਾਟੇ ਕੱਪੜੇ ਪਾਏ ਹੋਣ, ਉਹਨੂੰ ਪੁੱਛੇ ਤੂੰ ਕੌਣ ਹੈ? ਉਹ ਕਹੇ ਮੈਂ ਬਾਦਸ਼ਾਹ ਆ। ਉਹ ਕਹੇ ਬਾਦਸ਼ਾਹ ਤੇ ਇਹ ਹੈ, ਕਹੇ ਇਹ ਕਾਹਦਾ ਬਾਦਸ਼ਾਹ ਹੈ, ਮੇਰੀ ਤਾਂ ਆਪਣੀ ਚੱਲਦੀ। ਉਹ ਨੀਂਦ ਆਉਂਦੀ ਹੈ ਬਾਦਸ਼ਾਹ ਨੂੰ ਕਿਤੇ? ਇੱਦਾਂ ਨੀਂਦ ਉੱਡਦੀ ਆ ਅਗਲਿਆਂ ਦੀ। ਤੇ ਉਸ ਵੇਲੇ ਫਿਰ ਪਲੈਨਿੰਗ ਇਹ ਕਰਦੇ ਆ। ਹੁਣ ਵੇਖਿਓ, ਭਾਈ ਮਨੀ ਸਿੰਘ ਨੂੰ ਕਹਿੰਦੇ ਵੀ ਭਾਈ ਮਨੀ ਸਿੰਘ ਜਿਹੜੇ ਆ ਉਹ ਟੈਕਸ ਦੇਣ। ਦੀਵਾਲੀ ਤੇ ਵਿਸਾਖੀ ਤੇ 2 ਇਕੱਠ ਹੋਇਆ ਕਰਦੇ ਸੀ ਅੰਮ੍ਰਿਤਸਰ ਦੀ ਧਰਤੀ ਤੇ। ਹਮੇਸ਼ਾ ਸਿੱਖ ਸਦੀਆਂ ਤੋਂ ਇਦਾਂ, ਜਦੋਂ ਤੋਂ ਵੀ ਸਿੱਖ ਹੋਂਦ ਵਿੱਚ ਆਏ, 2 ਇਕੱਠ ਕਰਦੇ। ਤੇ ਇਕੱਠ ਕਰਨ ਦਾ ਮਤਲਬ ਇਹ ਨਹੀਂ ਸੀ ਵੀ ਦੀਵਾਲੀ ਵਾਲੇ ਦਿਨ ਪਟਾਕੇ ਚਲਾ ਕੇ ਮੁੜ ਜਾਂਦੇ ਸੀ ਤੇ ਵਿਸਾਖੀ ਵਾਲੇ ਦਿਨ ਗੋਲ ਗੱਪੇ ਖਾ ਕੇ ਮੁੜ ਜਾਂਦੇ ਸੀ, ਜਲੇਬੀਆਂ ਖਾ ਕੇ। ਨਹੀਂ, ਉਸ ਇਕੱਠ ਵਿੱਚ ਇਕੱਤਰਤਾ ਹੁੰਦੀ ਸੀ ਤੇ ਉਹਦੇ ਵਿੱਚ ਕੌਮੀਅਤ ਤੌਰ ਤੇ ਫੈਸਲੇ ਲਏ ਜਾਂਦੇ ਸੀ। ਅੱਜ ਤਾਂ ਮਾਫ ਕਰਿਓ, ਅੱਜ ਤਾਂ ਮਤਲਬ ਸਾਰਾ ਕੁਝ ਬਦਲ ਗਿਆ ਨਾ, ਆਪਾਂ ਇਹਦੇ ਤੇ ਚਰਚਾ ਫਿਰ ਕਰਾਂਗੇ। ਹੁਣ ਉਸ ਵੇਲੇ ਭਾਈ ਮਨੀ ਸਿੰਘ ਕਹਿੰਦੇ ਵੀ ਇਕੱਠ ਹੋਏਗਾ, ਦੀਵਾਲੀ ਦਾ ਇਕੱਠ ਹੋਏਗਾ ਤੇ ਉਹਦਾ ਜਿਹੜਾ ਟੈਕਸ ਆ ਉਹ ਗੌਰਮੈਂਟ ਨੂੰ ਦਿੱਤਾ ਜਾਏਗਾ। ਹੁਣ ਗੌਰਮੈਂਟ ਨੇ ਪਲੈਨਿੰਗ ਕਰ ਲਈ, ਸਰਕਾਰ ਨੇ ਪਲੈਨਿੰਗ ਇਹ ਕਰ ਲਈ ਵੀ ਸਿੱਖ ਇਕੱਠੇ ਹੋਣੇ ਆ, ਆਪਾਂ ਇਕੱਠੇ ਹੋ ਕੇ ਹਮਲਾ ਕਰ ਦਾਂਗੇ ਇਕੱਠੇ ਸਿੱਖਾਂ ਤੇ, ਤਾਂ ਕਿ ਜਿਹੜੇ ਸਾਨੂੰ ਜੰਗਲਾਂ 'ਚੋਂ ਲੱਭ ਕੇ ਮਾਰਨੇ ਪੈਂਦੇ ਆ, ਸਿੱਖ ਇੱਕ ਥਾਂ ਤੇ ਆਉਣੇ ਆ। ਭਾਈ ਮਨੀ ਸਿੰਘ ਨੇ ਚਿੱਠੀਆਂ ਲਿਖਤੀਆਂ ਵੀ ਸਿੱਖ ਇਕੱਠੇ ਹੋਣ। ਹੁਣ ਜਦੋਂ ਸਿੱਖ ਆਉਣ ਦੀਆਂ ਤਿਆਰੀਆਂ ਕਰ ਰਹੇ ਆ ਤੇ ਭਾਈ ਮਨੀ ਸਿੰਘ ਇੰਟੈਲੀਜੈਂਟ ਕਿੱਡਾ ਹੋਣਾ। ਅੱਜ ਇਹਨਾਂ ਬੁੱਝੜਾਂ ਨੂੰ ਕੀ ਪਤਾ ਵੀ ਭਾਈ ਮਨੀ ਸਿੰਘ ਦੀ ਸ਼ਖਸੀਅਤ ਕੀ ਹੈ, ਉਹ ਇੰਟੈਲੀਜੈਂਟ ਕਿੱਡਾ ਹੋਏਗਾ। ਜਿਹੜੀ ਰਾਜ ਦਰਬਾਰ ਵਿੱਚ ਸਰਕਾਰੇ ਦਰਬਾਰੇ ਅੰਦਰ ਪਲੈਨਿੰਗ ਹੋਈ ਹੈ, ਉਹਦੀ ਵੀ ਜਿਹੜੀ ਜਾਣਕਾਰੀ ਹੈ, ਇੰਟੈਲੀਜੈਂਸੀ ਵੇਖੋ ਭਾਈ ਮਨੀ ਸਿੰਘ ਦੀ। ਉਹਨਾਂ ਦੇ ਇਹਨਾਂ ਦੇ ਤੇ ਆਪਣੇ ਅੰਦਰ ਕੀ ਚੱਲਦਾ ਉਹ ਨਹੀਂ ਪਤਾ ਲੱਗਦਾ ਇਹਨਾਂ ਨੂੰ। ਉਹ ਤਾਂ ਭਾਈ ਮਨੀ ਸਿੰਘ ਨੂੰ ਉਹਨਾਂ ਦੇ ਦਰਬਾਰ 'ਚ ਕੀ ਚੱਲਦਾ ਉਸ ਵਿਉਂਤਬੰਦੀ ਨੂੰ ਭਾਫ ਲਿਆ। ਸੂਈਆ ਤੰਤਰ ਨੇ ਖਬਰ ਦੇ ਦਿੱਤੀ, ਰਿਪੋਰਟ ਆ ਗਈ ਵੀ ਇਦਾਂ ਸੋਚਦੀ ਹੈ ਮੁਗਲ ਹਕੂਮਤ। ਭਾਈ ਮਨੀ ਸਿੰਘ ਨੇ ਫੌਰੀ ਤੌਰ ਤੇ ਚਿੱਠੀਆਂ ਲਿਖ ਕੇ ਕਿਹਾ ਵੀ ਇਸ ਵਾਰ ਕੋਈ ਵੀ ਅੰਮ੍ਰਿਤਸਰ ਦੀ ਧਰਤੀ ਤੇ ਇਕੱਤਰ ਨਹੀਂ ਹੋਏਗਾ, ਨਹੀਂ ਹੋਏ। ਹੁਣ ਤੁਸੀਂ ਵੇਖੋ ਵੀ ਇੱਕ ਚਿੱਠੀ ਬਣਦੇ ਹੋਣੇ ਭਾਈ ਮਨੀ ਸਿੰਘ ਦੀ। ਅੱਜ ਵਾਲੇ ਕਹਿੰਦੇ ਨਾ ਸਾਡੀ ਸੁਣਦਾ ਕੋਈ ਨਹੀਂ, ਉਹ ਤੁਹਾਨੂੰ ਸੁਣਾਉਣੀ ਨਹੀਂ ਆਉਂਦੀ। ਯਾਰ ਜੇ ਸੁਣਾਉਣੀ ਆਉਂਦੀ ਹੋਵੇ ਤਾਂ ਸੁਣਨ ਨੂੰ ਤਾਂ ਅੱਜ ਵੀ ਲੋਕ ਕਾਲੇ ਪੈਂਦੇ ਆ। ਗੱਲ ਇਹ ਆ ਵੀ ਸੁਣਾਉਣੀ ਵੀ ਆਉਣੀ ਚਾਹੀਦੀ ਹੈ। ਹੁਣ ਜਦੋਂ ਭਾਈ ਮਨੀ ਸਿੰਘ ਚਿੱਠੀਆਂ ਭੇਜਦੇ ਕੋਈ ਨਾ ਆਵੇ, ਅੰਮ੍ਰਿਤਸਰ ਇਕੱਠ ਨਹੀਂ ਹੋਇਆ। ਹੁਣ ਬਹਾਨਾ ਇਹ ਬਣਾਇਆ ਗਿਆ ਵੀ ਤੁਸੀਂ ਟੈਕਸ ਦਿਓ। ਤੇ ਭਾਈ ਮਨੀ ਸਿੰਘ ਨੇ ਕਿਹਾ ਜਦੋਂ ਸਿੱਖ ਆਏ ਨਹੀਂ, ਅਸੀਂ ਇਕੱਤਰਤਾ ਹੀ ਨਹੀਂ ਕੀਤੀ, ਇਕੱਠ ਦਾ ਟੈਕਸ ਦੇਣਾ, ਇਕੱਠ ਤਾਂ ਹੋਇਆ ਨਹੀਂ, ਅਸੀਂ ਟੈਕਸ ਕਿਉਂ ਦਈਏ? ਹੁਣ ਉਹ ਕਹਿੰਦੇ ਵੀ ਟੈਕਸ ਦੇਣਾ ਪੈਣਾ। ਅੱਛਾ, ਗੱਲ ਪਿਛੋਕੜ 'ਚ ਇਹ ਚੱਲਦੀ ਹੈ ਵੀ ਭਾਈ ਮਨੀ ਸਿੰਘ ਹੀ ਉਹ ਸ਼ਖਸੀਅਤ ਹੈ ਜਿਹੜਾ ਸਾਰੇ ਪੰਜਾਬ ਨੂੰ ਇਸ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲ ਜੋੜ ਰਿਹਾ। ਹਾਲਾਂਕਿ ਬਹੁਤ ਵੱਡਾ ਕਾਫਲਾ ਆ, ਪਰ ਜਿਹੜਾ ਉਹ ਨਾਮ ਉੱਭਰ ਕੇ ਸਾਹਮਣੇ ਆਉਂਦਾ। ਹੁਣ ਉਸ ਸਾਰੀ ਵਿਚਾਰਧਾਰਾ ਨੂੰ ਖਤਮ ਕਰਨ ਲਈ ਅਗਲਿਆਂ ਕੋਲ ਬਹਾਨਾ ਮਿਲ ਗਿਆ। ਹੁਣ ਭਾਈ ਮਨੀ ਸਿੰਘ ਲਈ ਕੋਈ ਵੱਡਾ ਔਖਾ ਕੰਮ ਨਹੀਂ, ਸਿੱਖਾਂ ਨੂੰ ਚਿੱਠੀ ਲਿਖਦੇ, ਥੋੜੇ ਜਿਹੇ ਪੈਸੇ ਦੇ ਦਿੰਦੇ, ਉਹਨਾਂ ਦੀ ਜਾਨ ਬਚ ਜਾਣੀ ਸੀ। ਪਰ ਇੱਕ ਨਵੀਂ ਪਿਰਤ ਭਾਈ ਮਨੀ ਸਿੰਘ ਯੋਧਾ ਇਹ ਵੀ ਪੈਦਾ ਕਰਨੀ ਚਾਹੁੰਦਾ ਲੋਕਾਂ 'ਚ ਵੀ ਗੁਰਦੁਆਰੇ ਦੀ ਗੋਲਕ, ਗੁਰਦੁਆਰੇ ਦੀ ਕਮਾਈ ਆਪਣੇ ਨਿੱਜ ਲਈ ਨਹੀਂ ਵਰਤੀ ਜਾ ਸਕਦੀ। ਜਾਨ ਜਾਂਦੀ ਬੇਸ਼ੱਕ ਜਾਵੇ, ਪਰ ਜਿਹੜਾ ਕੌਮੀ ਫੰਡ ਹੈ, ਜਿਹੜਾ ਕੌਮੀ ਪੈਸਾ ਆ, ਉਹ ਕੌਮ ਦੇ ਹਿੱਤ ਲਈ ਵਰਤਿਆ ਜਾਣਾ ਚਾਹੀਦਾ। ਇਹ ਇੱਕ ਨਵੀਂ ਐਗਜ਼ਾਮਪਲ, ਇੱਕ ਨਵਾਂ ਪੱਖ ਭਾਈ ਮਨੀ ਸਿੰਘ ਵੀ ਆਪਣੇ ਦੌਰ ਵਿੱਚ ਪੇਸ਼ ਕਰਨਾ ਚਾਹੁੰਦੇ ਆ। ਇਸ ਤਰ੍ਹਾਂ ਨਾਲ ਮਹਾਨ ਯੋਧਾ ਭਾਈ ਮਨੀ ਸਿੰਘ ਆਪਣੀ ਉਸ ਜ਼ਿੰਦਗੀ ਨੂੰ ਜਿਉਂਦਿਆਂ ਹੋਇਆਂ 94 ਸਾਲ ਦਾ ਉਹ ਬਜ਼ੁਰਗ ਇੱਦਾਂ ਚੌਂਕੜਾ ਮਾਰ ਕੇ ਆਪਣੇ ਬੰਦ ਹੱਸ ਕੇ ਕਟਾਉਣ ਵਾਲਾ, ਐ ਖਿੜੇ ਮੱਥੇ ਕਟਾਉਣ ਵਾਲਾ
ਤੇ ਅੱਜ ਸਾਨੂੰ ਉਸ ਭਾਈ ਮਨੀ ਸਿੰਘ ਬਾਰੇ ਜਾਣਕਾਰੀ ਨਾ ਹੋਵੇ, ਪਤਾ ਨਾ ਹੋਵੇ, ਅਸੀਂ ਅਧੂਰੀ ਜਾਣਕਾਰੀ ਰੱਖਦੇ ਹੋਈਏ, ਲੋਕਾਂ ਨੂੰ ਅਧੂਰੀ ਜਾਣਕਾਰੀ ਦਿੰਦੇ ਹੋਈਏ, ਤੇ ਇਹ ਸੱਚੀ ਮੁੱਚੀ ਤਰਸ ਵਾਲੀ ਗੱਲ ਹੈ। ਸਾਨੂੰ ਆਪਣੇ ਆਪ ਤੇ ਵੀ ਤਰਸ ਆਉਂਦਾ, ਉਹਨਾਂ ਬੰਦਿਆਂ ਤੇ ਵੀ ਤਰਸ ਆਉਂਦਾ। ਗੁਰੂ ਮਿਹਰ ਕਰੇ ਸਾਨੂੰ ਆਪਣੇ ਵਡੇਰਿਆਂ ਦੀ ਬਾਤ ਸਮਝਣੀ ਆਵੇ, ਅਸੀਂ ਗੁਰੂ ਸਾਹਿਬ ਜੀ ਦੀ ਬਾਣੀ ਦੇ ਨਾਲ ਸਾਂਝ ਬਣਾ ਸਕੀਏ। ਔਰ ਆਪ ਸਰੋਤਿਆਂ ਦੇ ਨਾਲ ਇੱਕ ਬੇਨਤੀ ਜਿਹੜੀ ਜ਼ਰੂਰੀ ਕਰਨੀ ਚਾਹੁੰਦੇ ਹਾਂ ਵੀ ਜਿਵੇਂ ਤੁਸੀਂ ਅੱਜ ਵੇਖ ਰਹੇ ਹੋ, ਮੈਂ ਆਪਣੇ ਪੇਜ ਤੋਂ ਹਮੇਸ਼ਾ ਲਾਈਵ ਹੁੰਦਾ ਸੀ, ਤੇ ਅੱਜ ਅਸੀਂ ਇੱਕ ਨਵਾਂ ਪੇਜ ਜਿੱਦੋਂ ਅਕਾਲੀ ਟੀਵੀ ਦੇ ਨਾਮ ਹੇਠ ਇਹ ਨਵਾਂ ਪੇਜ ਜਿਹੜਾ ਆ ਉਹ ਅੱਜ ਤੁਹਾਡੇ ਸਾਰਿਆਂ ਦੇ ਰੂਬਰੂ ਕੀਤਾ ਆ। ਔਰ ਇਸ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰੋ। ਆਪਾਂ ਸਾਰੀਆਂ ਗੱਲਾਂ ਇਤਿਹਾਸ ਦੀਆਂ, ਵਡੇਰਿਆਂ ਦੀਆਂ, ਹੋਰ ਵੀ ਸਾਡੇ ਵੀਰ ਜਿਹੜੇ ਆ, ਸਾਡੇ ਗੁਰਮਤਿ ਗਿਆਨ ਮਿਸ਼ਨ ਕਾਲਜ ਨਾਲ ਸਾਡੇ ਸਾਰੇ ਵੀਰ, ਜਿਵੇਂ ਵੀਰ ਗੁਰਸ਼ਰਨ ਸਿੰਘ ਜੀ ਹੋਣੀ, ਵੀਰ ਸ਼ਮਸ਼ੇਰ ਸਿੰਘ ਜੀ ਹੋਣੀ, ਇਹ ਵੀ ਆਉਣ ਵਾਲੇ ਸਮੇਂ 'ਚ ਤੁਹਾਨੂੰ ਆਪਣੇ ਵਡੇਰਿਆਂ ਦੇ ਇਤਿਹਾਸ ਤੋਂ ਸਾਰੇ ਵੀਰ ਗੁਰਜੀਤ ਸਿੰਘ ਜੀ, ਹਰਮਿੰਦਰ ਸਿੰਘ ਜੰਮੂ, ਵੀਰ ਸੁਖਵਿੰਦਰ ਸਿੰਘ ਜੀ ਹੋਣੀ, ਵੀਰ ਸਰਬਜੀਤ ਸਿੰਘ ਜੀ ਹੋਣੀ, ਵੀਰ ਹਰਜਿੰਦਰ ਸਿੰਘ ਸਭਰਾ ਹੋਣੀ, ਵੀ ਆਪਾਂ ਸਾਰੇ ਤੁਹਾਡੇ ਨਾਲ ਜਿਹੜੀ ਆ ਉਹ ਗੱਲਬਾਤ ਕਰਦੇ ਰਿਹਾ ਕਰਾਂਗੇ। ਵੱਧ ਤੋਂ ਵੱਧ ਇਸ ਪੇਜ ਨੂੰ ਭਾਈ ਲਾਈਕ ਕਰੋ, ਦੂਜਿਆਂ ਵੀ ਆਪਣੇ ਸਾਥੀਆਂ ਨੂੰ ਵੀ ਕਹੋ ਵੀ ਇਹ ਪੇਜ ਲਾਈਕ ਕਰੋ, ਤਾਂ ਕਿ ਅਸੀਂ ਪੰਜਾਬ ਦੇ ਲੋਕਾਂ ਵਿੱਚ ਪੰਜਾਬ ਦੀ ਤੜਪ ਪੈਦਾ ਕਰਨ ਵਿੱਚ ਕਾਮਯਾਬ ਹੋ ਸਕੀਏ। ਆਪ ਸਾਰਿਆਂ ਦਾ ਧੰਨਵਾਦ, ਸ਼ੁਕਰਾਨਾ। ਗੁਰੂ ਸਾਹਿਬ ਜੀ ਦਾ ਭੁੱਲ ਚੁੱਕ ਲਿਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।